विघ्नन के नासक हरगोबिंद शुभ समत प्रकाशक। श्री हरि राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह विसाला। तरों तरा पर पुन पुन सीसा जी, पुन पुन सीसा। बंदो बार बार जगदीसा। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा सुंदर बदन कदन दुख। सदन सुखन गुण पूरा। श्री सतगुर हर कृष्ण जी। जय जय मंगल मूरा। सुंदर बदन कदन दुख। वाहिगुरु जी का खालसा, वाहिगुरु जी की फतेह। सतगुरु गरीब नवाज भगत वत्सल सच्चे पातशाह धन धन श्री गुरु नानक देव साहिब जी महाराज। पंथ दे वाली अमृत के दाते साहिब कमाल श्री गुरु गोबिंद सिंह साहिब जी महाराज। दसे गुरु साहिबाना दी आत्मक जोत प्रतख हर। चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी की साजी निवाजी गुरु प्यारी साध संगत जीओ। आप गुरु की संगतां संध्या के समय तो महाराज जी के चरणों में हाजरियां भर के गुरु जी दीयां खुशियां प्राप्त कर रहे हो। महाराज जी दे पावन पवित्र सुंदर दरबार दीवान सज रहे हैं। सतगुरु जी की तुरकी बाणी दे जाप सरवण करके लाह प्राप्त किया है। हुण जो रोजाना ही गुर इतिहास की लड़ीवार कथा सरवण कराई जाती है, उस कथा का समा होया है। सतगुरु जी की साजी निवाजी गुरु प्यारी साध संगत जीओ, अज दे दिन धन धन श्री गुरु तेग बहादुर जी महाराज। तेग बहादुर सिमरिया घर नौ निध आवै धाए। सच्चे पातशाह जी का अज दे दिन प्रकाश होया सी। महाराज जी के प्रकाश दिहाड़े दियां आप संगतां नूं बेअंत बेअंत वधाइयां होण। श्री गुरु तेग बहादुर महाराज जी जिन्हां दा अवतार गुरद्वारा गुरु के महल श्री अमृतसर साहिब विखे धन धन श्री गुरु हरगोबिंद साहिब महाराज जी के गृह विखे माता नानकी जी की उदर तो होया। सच्चे पातशाह गुरु तेग बहादुर महाराज
ਜੋ ਸਦਾ ਹੀ ਵੈਰਾਗਮਈ ਅਵਸਥਾ 'ਚ ਰਹਿੰਦੇ, ਜਿਨ੍ਹਾਂ ਦਾ ਨਾਮ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਆਪ ਰੱਖਣਾ ਕੀਤਾ। ਜਦੋਂ ਦਾਸੀ ਤੇ ਮਾਤਾ ਨਾਨਕੀ ਜੀ ਇਤਿਆਦਿਕ ਸੇਵਕ ਇਕੱਠੇ ਹੋ ਕੇ ਗੁਰੂ ਕੇ ਮਹਿਲ ਤੋਂ ਅਕਾਲ ਤਖਤ ਸਾਹਿਬ ਆਏ ਹਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਘਾਸਣਾਂ ਉੱਪਰ ਬਿਰਾਜਮਾਨ ਸਨ। ਗੁਰੂ ਜੀ ਬੜੇ ਸਜ ਰਹੇ ਹਨ, ਸੁੰਦਰ ਪੁਸ਼ਾਕਾਂ ਪਹਿਨਿਆ ਹੈ, ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਹੋਈਆਂ ਹਨ। ਮਾਤਾ ਨਾਨਕੀ ਜੀ ਦਾਸੀ ਸਤਿਗੁਰੂ ਜੀ ਅੱਗੇ ਮੱਥਾ ਜਾ ਕੇ ਟੇਕਿਆ ਹੈ। ਸਾਹਿਬਜ਼ਾਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਮੱਥਾ ਟਿਕਾਇਆ ਹੈ। ਫਿਰ ਕਿਹਾ ਹੈ, ਮਹਾਰਾਜ ਜੀ ਆਪ ਜੀ ਆਪਣੇ ਸੁਪੁੱਤਰ ਸਾਹਿਬਜ਼ਾਦਿਆਂ ਦਾ ਨਾਮ ਰੱਖੋ, ਇਹਨਾਂ ਦਾ ਕੀ ਨਾਮ ਰੱਖਣਾ ਕਰੀਏ। ਹਜੇ ਇੰਨੀ ਗੱਲ ਹੋ ਹੀ ਰਹੀ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੋ ਹਜੇ ਬਾਲਕ ਅਵਸਥਾ ਵਿੱਚ ਛੋਟੇ ਜਿਹੇ ਰੂਪ ਵਿੱਚ ਸਨ, ਮਹਾਰਾਜ ਜੀ ਦੀ ਜਿਹੜੀ ਸ੍ਰੀ ਸਾਹਿਬ ਪਹਿਨੀ ਹੋਈ ਹੈ ਉਸ ਨੂੰ ਹੱਥ ਪਾ ਲਿਆ ਹੈ। ਜਦੋਂ ਸ੍ਰੀ ਸਾਹਿਬ ਨੂੰ ਹੱਥ ਪਾਇਆ, 6ਵੇਂ ਪਾਤਸ਼ਾਹ ਮਹਾਰਾਜ ਮੁਸਕਰਾਏ ਹੈ, ਹੱਸੇ ਹਨ। ਗੁਰੂ ਜੀ ਕਹਿਣ ਲੱਗੇ, ਨਾਨਕੀ ਜੀ ਇਹਨਾਂ ਨੇ ਆਪਣਾ ਨਾਮ ਆਪੇ ਰੱਖ ਲਿਆ ਹੈ। ਮਾਤਾ ਜੀ ਕਹਿਣ ਲੱਗੇ, ਮਹਾਰਾਜ ਕੋਈ ਸਮਝੇ ਨਹੀਂ। ਗੁਰੂ ਜੀ ਕਹਿਣ ਲੱਗੇ, ਆ ਵੇਖੋ ਜਿਹੜਾ ਇਹਨਾਂ ਨੇ ਸ੍ਰੀ ਸਾਹਿਬ ਨੂੰ ਹੱਥ ਪਾਇਆ ਹੈ ਤੇ ਇਹਨਾਂ ਦਾ ਨਾਮ ਹੈ ਤੇਗ ਬਹਾਦਰ। ਇਹ ਤੇਗ ਦੀ ਬਹਾਦਰੀ ਕਰਨਗੇ, ਐਸੀ ਤੇਗ ਦੀ ਬਹਾਦਰੀ ਕਰਨਗੇ ਕਿ ਜਿਹੜੀ ਜ਼ੁਲਮ ਦੀ ਤੇਗ ਹੈ, ਜ਼ੁਲਮ ਦੀ ਸ੍ਰੀ ਸਾਹਿਬ ਹੈ, ਭਾਵ ਸਾਰੀਆਂ ਤਲਵਾਰਾਂ ਜਿਹੜੀਆਂ ਖੁੰਡੀਆਂ ਪੈ ਜਾਣਗੀਆਂ। ਇਹ ਤੇਗ ਦੀ ਬਹਾਦਰੀ ਕਰਨਗੇ। ਉਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਉਹ ਸੱਚ ਹੋਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਵੀ ਹਿੱਸਾ ਲਿਆ, ਦੁਸ਼ਮਣਾਂ ਦੇ ਆਹੂ ਲਾਹੇ, ਅਖੀਰ ਨੂੰ ਆਪ ਵੀ ਆਪਣਾ ਬਲੀਦਾਨ ਦਿੱਤਾ ਤੇ ਸੀਸ ਦਿਆ ਪਰ ਸਿਰ ਨਾ ਦਿਆ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਮਹਾਰਾਜ ਜੀ ਨੇ ਜਿਹੜੀ ਕਿਰਿਆ ਕੀਤੀ ਹੈ ਅੱਜ ਤੱਕ ਕਿਸੇ ਨੇ ਇਹੋ ਜਿਹੀ ਆ ਕੇ ਕਿਸੇ ਪੈਗੰਬਰ ਨੇ ਨਹੀਂ ਕੀਤੀ ਹੈ। ਬੜੇ ਬੜੇ ਪੈਗੰਬਰ ਹੋਏ ਹੈ, ਭਾਵੇਂ ਕਿ ਹਰ ਕੋਈ ਆਪਣੇ ਪੈਗੰਬਰ ਨੂੰ ਵਡਿਆਉਂਦਾ ਹੈ, ਪਰ ਉਹ ਪ੍ਰਮਾਣ ਨਹੀਂ ਦੇ ਕੇ ਕਹਿ ਸਕਦਾ ਕਿ ਇਵੇਂ ਬਲੀਦਾਨ ਦਿੱਤਾ ਹੈ ਦੂਸਰਿਆਂ ਦੀ ਖਾਤਰ। ਆਪਣੇ ਆਪ ਤੋਂ ਕੋਈ ਫੜਿਆ ਜਾਵੇ, ਘੇਰਿਆ ਜਾਵੇ, ਗੱਲ ਵੱਖਰੀ ਹੈ, ਪਰ ਦੂਸਰੇ ਵਾਸਤੇ ਬਲੀਦਾਨ ਦੇਣਾ ਸਭ ਦੇ ਹਿੱਸੇ ਨਹੀਂ ਆਇਆ। ਗੁਰੂ ਮਹਾਰਾਜ ਜੀ ਨੇ ਤੇਗ ਦੀ ਬਹਾਦਰੀ ਕੀਤੀ, ਜ਼ੁਲਮ ਦੀ ਤੇਗ ਖੁੰਡੀ ਪੈ ਗਈ, ਤੇਗ ਦਾ ਵਾਰ ਸਤਿਗੁਰੂ ਜੀ ਦੇ ਸੀਸ ਨੂੰ ਨਾ ਲੱਗ ਸਕਾ। ਤੇ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਬਾਣੀ ਸ਼ਲੋਕ ਮਹੱਲੇ ਨਾਵੇਂ ਜਿਹੜੇ ਭੋਗ ਦੇ ਸਮੇਂ ਪੜ੍ਹੇ ਜਾਂਦੇ ਉਹ ਉਚਾਰਨ ਕੀਤੇ। ਹੋਰ ਵੀ ਜੈਜਾਵੰਤੀ ਰਾਗ ਵਿੱਚ ਗੁਰੂ ਜੀ ਦੇ ਸ਼ਬਦ, ਹੋਰ ਵੀ ਕਈ ਰਾਗਾਂ ਵਿੱਚ ਬਾਣੀ 116 ਜਿਹੜੇ ਸ਼ਬਦ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਮਹਾਰਾਜ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮਾਤਾ ਨਾਨਕੀ ਜੀ ਤੇ ਸਭ ਤੋਂ ਛੋਟੇ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ ਤੇ ਜੋ ਸਤਿਗੁਰੂ ਜੀ ਦੇ ਭੈਣ ਜੀ ਵੀਰੋ ਜੀ ਸਨ। ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੜਾ ਪ੍ਰੇਮ ਪਿਆਰ ਸੀ ਤੇ ਮਾਤਾ ਜੀ ਆਣ ਕੇ ਕਿਆ ਕਰਨ ਕਿ ਮਹਾਰਾਜ ਤੁਸੀਂ ਇਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਹੋ, ਗੱਲ ਕੀ ਹੈ?
ਮਹਾਰਾਜ ਕਹਿੰਦੇ ਨਾਨਕੀ ਜੀ ਇਹਨਾਂ ਨੇ ਹੀ ਸਾਡੀ ਗੁਰਤਾ ਤੇ ਵਿਰਾਜਮਾਨ ਹੋਣਾ ਕੋਈ ਸਮਾਂ ਪਾ ਕੇ। 3-4 ਜਿਹੜੇ ਵਾਰ ਹੋਏ ਸਨ ਗੁਰੂ ਜੀ ਦੀ ਗੁਰਤਾ ਦੇ ਵਾਸਤੇ। ਫਿਰ ਮਹਾਰਾਜ ਦਿਆਲੂ ਕਿਰਪਾਲੂ ਗੁਰਤਾ ਦੇ ਵਿਰਾਜਮਾਨ ਹੋਏ। ਅੱਗੇ ਸਤਿਗੁਰਾਂ ਜੀ ਦੇ ਸਾਹਿਬਜ਼ਾਦੇ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਏ, ਜਿਨ੍ਹਾਂ ਨੇ ਜ਼ੁਲਮ ਦੀ ਖਾਤਰ ਲੜੇ ਸੱਚੇ ਪਾਤਸ਼ਾਹ। ਅੱਗੇ ਸਤਿਗੁਰਾਂ ਦੇ ਸਾਹਿਬਜ਼ਾਦੇ ਜ਼ੁਲਮ ਦੀ ਖਾਤਰ ਲੜੇ। ਮਾਤਾ ਗੁਜਰ ਕੌਰ ਜੀ, ਸਾਰਾ ਪਰਿਵਾਰ ਸਰਬੰਸ ਸਤਿਗੁਰ ਜੀ ਨੇ ਵਾਰਿਆ। ਗੁਰੂ ਤੇਗ ਬਹਾਦਰ ਮਹਾਰਾਜ ਜੋ ਹਿੰਦ ਦੀ ਚਾਦਰ ਸੋਢ ਵੰਸ਼ ਵਿੱਚ ਜਿਨ੍ਹਾਂ ਨੇ ਪ੍ਰਕਾਸ਼ ਧਾਰਨ ਕੀਤਾ, ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਾਈਦਾ ਹੈ, ਉਹ ਮਗਰਲੇ ਪਾਸੇ ਗਲੀ ਦੇ ਵਿੱਚ ਥੋੜ੍ਹਾ ਵਿੱਥ 'ਤੇ ਜਾ ਕੇ ਸਤਿਗੁਰੂ ਜੀ ਦਾ ਉਹ ਸਥਾਨ ਬਣਿਆ ਹੋਇਆ ਹੈ। ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਣ। ਮਹਾਰਾਜ ਕਿਰਪਾ ਕਰਨ, ਸਾਨੂੰ ਜੀਵਨ ਭਗਤੀ ਦਾ ਬਖਸ਼ਣ, ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੇ। ਸੋ ਸਾਧ ਸੰਗਤ ਜੀ, ਜੋ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਕਥਾ ਸਰਵਣ ਕਰਦੇ ਆ ਰਹੇ ਹਾਂ, ਹੁਣ ਉਸ ਕਥਾ ਦਾ ਵੀ ਸਮਾਂ ਹੋਇਆ ਹੈ। ਜਿਵੇਂ ਨਿੰਦਕ ਲੋਕਾਂ ਨੇ ਭਾਈ ਜੈ ਰਾਮ ਜੀ ਨੂੰ, ਨਵਾਬ ਦੌਲਤ ਖਾਂ ਨੂੰ ਚੁਗਲੀਆਂ ਮਾਰੀਆਂ ਸਨ ਕਿ ਜੋ ਤੁਹਾਡਾ ਮੋਦੀ ਹੈ ਗੁਰੂ ਨਾਨਕ ਸਾਹਿਬ, ਉਹ ਤਾਂ ਬਹੁਤ ਤੁਹਾਡਾ ਪੈਸਾ ਅਜਾਈਂ ਗਵਾ ਰਿਹਾ ਹੈ। ਸਤਿਗੁਰੂ ਜੀ ਅੰਤਰਜਾਮੀ ਭਾਈ ਜੈ ਰਾਮ ਜੀ ਦੀ ਹਾਲਤ ਵੇਖ ਕੇ ਲੇਖੇ ਦੀ ਵਿਚਾਰ ਗੱਲ ਕਹੀ। ਫਿਰ ਹਿਸਾਬ ਕਿਤਾਬ ਹੋਇਆ। ਮੁਨਸ਼ੀ ਜਾਦੋ ਰਾਏ ਜੋ ਬੜਾ ਬੇਈਮਾਨ ਸੀ, ਟੇਢੇ ਮਨ ਵਾਲਾ, ਮਹਾਰਾਜ ਜੀ ਨੂੰ ਉਹ ਅੜਾਉਣਾ ਚਾਹੁੰਦਾ ਸੀ। ਨਵਾਬ ਦੌਲਤ ਖਾਨ ਨੇ ਵੀ ਕਿਹਾ ਕਿ ਹਿਸਾਬ ਕਿਤਾਬ ਚੰਗੀ ਤਰ੍ਹਾਂ ਹੁਣ ਤੁਸੀਂ ਕਰ ਲਓ, ਕਿਉਂਕਿ ਬਹੁਤ ਮਹੀਨਿਆਂ ਦਾ ਹਿਸਾਬ ਕਿਤਾਬ ਪਿਆ ਹੈ। ਅਸਾਂ ਨੇ ਇਹਨਾਂ ਨੂੰ ਆਮਦਨ ਵਜੋਂ ਪੈਸਾ ਵੀ ਬਹੁਤ ਦਿੱਤਾ ਹੈ, ਕੀ ਖਰਚਾ ਹੋਇਆ, ਕੀ ਆਮਦਨ ਕਿਹਦੇ ਵੱਲ ਵਧੇ ਹੈ, ਕਿਹਦੇ ਵੱਲ ਘਟੇ, ਉਹ ਸਾਰਾ ਵੇਖੋ। ਜਾਦੋ ਰਾਏ ਕਹਿੰਦਾ ਵੀ ਮੇਰੇ ਮਨ ਦੀ ਗੱਲ ਹੋ ਗਈ ਹੈ, ਆਹ ਤੇ ਚੰਗੀ ਗੱਲ ਬਣੀ ਹੈ, ਅੱਜ ਮੈਂ ਇਹਨਾਂ ਨੂੰ ਇੱਥੋਂ ਉੱਠਣ ਨਹੀਂ ਦਿਆਂਗਾ, ਗਿਣ ਕੇ ਹਿਸਾਬ ਕਿਤਾਬ ਲਵਾਂਗਾ, ਪੈਸੇ ਥੋੜ੍ਹੇ ਪੈਸੇ ਭਰਵਾਵਾਂਗਾ, ਮੋੜੇ ਮੋਦੀ ਖਾਨੇ 'ਚ ਨਹੀਂ ਬੈਠਣਗੇ, ਕਿਉਂਕਿ ਮੈਂ ਇੰਨਾ ਵੱਡਾ ਮੁਨਸ਼ੀ ਨਵਾਬ ਦੌਲਤ ਖਾਂ ਦਾ, ਅਤੇ ਇਹਨਾਂ ਨੇ ਕੁਝ ਜਾਣਿਆ ਨਹੀਂ, ਸਾਨੂੰ ਕੋਈ ਵੱਡੀ ਨਹੀਂ ਦਿੱਤੀ, ਕੋਈ ਰਿਸ਼ਵਤ ਨਹੀਂ ਦਿੱਤੀ, ਕਦਰ ਕੀਮਤ ਨਹੀਂ ਪਾਈ। ਹੁਣ ਮੈਂ ਦੱਸਾਂਗਾ। 5 ਦਿਨ ਲੇਖਾ ਜੋਖਾ ਹੁੰਦਾ ਰਿਹਾ, ਵਹੀਆਂ ਕੱਢ ਕੇ। ਇੰਨਾ ਲੰਮਾ ਚੌੜਾ ਹਿਸਾਬ ਕਿਤਾਬ ਇਹ ਜਾਦੋ ਰਾਈ ਭਸੂੜੀਆਂ ਪਾਉਣ ਦੀ ਕੋਸ਼ਿਸ਼ ਕਰੇ। ਇਹ ਮੂਰਖ ਮੱਤ ਵਾਲਾ ਹੰਕਾਰੀ ਲੜ ਕੇ ਮਹਾਰਾਜ ਜੀ ਨਾਲ, ਗੁਰੂ ਜੀ ਦੇ ਸ਼ਾਂਤ ਚਿੱਤ ਹੈ, ਪਰ ਝਗੜਾ ਕਰਦਿਆਂ ਨੇ 5 ਦਿਨਾਂ ਵਿੱਚ ਲੇਖੇ ਜੋਖੇ ਦਾ ਨਤੀਜਾ ਕੱਢਿਆ। ਜਦੋਂ ਨਤੀਜਾ ਨਿਕਲਿਆ 321 ਰੁਪਏ ਮਹਾਰਾਜ ਜੀ ਦੇ ਵੱਧ ਨਿਕਲੇ। ਫਿਰ ਬੜਾ ਸ਼ਰਮਿੰਦਾ ਹੋਇਆ, ਗੱਲ ਕੋਈ ਕਰ ਨਾ ਸਕਿਆ, ਘਰ ਵਾਪਸ ਚਲਾ ਗਿਆ, ਨਵਾਬ ਨੂੰ ਨਹੀਂ ਦੱਸਿਆ। ਫਿਰ ਭਾਈਆ ਜੈ ਰਾਮ ਜੀ ਗਏ ਹੈ, ਕਹਿੰਦੇ ਵੀ ਨਵਾਬ ਜੀ ਲੇਖਾ ਜੋਖਾ ਹੋ ਗਿਆ ਹੈ ਪੂਰਾ। ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਹੈ। ਇਹ ਕਹਿੰਦੇ ਵੀ ਮੈਨੂੰ ਐਵੇਂ ਪਤਾ ਲੱਗਾ ਹੈ, ਬਾਕੀ ਸਾਰੀ ਜਿਹੜੀ ਗੱਲ ਉਹ ਤੂੰ ਮੁਨਸ਼ੀ ਆਪਣੇ ਨੂੰ ਬੁਲਾ ਕੇ ਪੁੱਛ ਲੈ। ਮੁਨਸ਼ੀ ਜਾਦੋ ਰਾਏ ਨੂੰ ਬੁਲਾਇਆ, ਉਹਦੇ ਸ਼ਰਮਸ਼ਾਰ ਹੋਇਆ, ਗੱਲ ਮੂੰਹੋਂ ਨਿਕਲੇ ਨਾ। ਕਹਿੰਦਾ ਵੀ ਤੁਹਾਨੂੰ ਪਤਾ ਹੀ ਹੈ ਨਵਾਬ ਜੀ ਕਿ ਬੜਾ ਇਹਨਾਂ ਨੇ ਪੈਸਾ ਲੁਟਾਇਆ ਹੈ ਤੁਹਾਡੇ ਮੋਦੀ ਨੇ, ਪਰ ਆ ਪਤਾ ਨਹੀਂ ਕੀ ਗੱਲ ਹੈ, ਜਦੋਂ ਹਿਸਾਬ ਕਿਤਾਬ ਹੁੰਦਾ ਹਮੇਸ਼ਾ ਤੁਹਾਡੇ ਵੱਲ ਹੀ ਪੈਸੇ ਕੱਢ ਮਾਰਦੇ ਹੈ। ਨਵਾਬ ਸੁਣ ਕੇ ਨਿੰਦਕਾਂ ਨੂੰ ਭੰਡਦਾ ਹੈ ਵੀ ਮਾੜੇ ਲੋਕ ਸਾਡੇ ਮੋਦੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਵੇਖਣੀ ਝੱਲਦੇ, ਸਗੋਂ ਈਰਖਾ ਕਰਦੇ ਹੈ। 3000 ਰੁਪਈਆ ਖਜ਼ਾਨਚੀ ਭਵਾਨੀ ਦਾਸ ਨੂੰ ਕਹਿ ਕੇ ਦਵਾਇਆ ਹੈ, 321 ਰੁਪਏ ਵੱਖਰੇ ਦਿੱਤੇ ਹੈ ਮਹਾਰਾਜ ਜੀ ਨੂੰ। ਨਵਾਬ ਬੜਾ ਖੁਸ਼ ਹੋਇਆ ਹੈ। ਮਹਾਰਾਜ ਸਭ ਕੁਝ ਲੈ ਕੇ ਭਾਈ ਬਾਲੇ ਨੂੰ ਥੈਲੀ ਚੁਕਾ ਕੇ ਆ ਗਏ। ਭਾਈ ਜੈ ਰਾਮ ਜੀ ਨੂੰ 321 ਰੁਪਏ ਦੇ ਦਿੱਤੇ, ਕਿਹਾ ਤੁਸੀਂ ਰੱਖ ਲਓ।
3000 ਰੁਪਇਆ ਵੱਖਰਾ ਕਰ ਲਿਆ, ਉਹਦੇ ਵਿੱਚੋਂ ਕੁਝ ਸੌਦਾ ਲੈ ਆਂਦਾ, ਕੁਝ ਆਪਣੇ ਕੋਲ ਰੱਖ ਲਏ ਵੀ ਫਿਰ ਲੋੜ ਪੈਣ 'ਤੇ ਲੈ ਆਵਾਂਗੇ। ਇਵੇਂ ਮਹਾਰਾਜ ਆਪਣਾ ਸਖੀ ਪੁਣੇ ਵਾਲਾ ਸੁਭਾਅ ਰੱਖ ਕੇ ਵਰਤ ਰਹੇ ਹਨ। ਨਿੰਦਕਾਂ ਨੂੰ ਪਿੱਠ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਵਾਲਿਆਂ ਨੂੰ ਮੁਖ ਨਾ ਲਾਉਂਦੇ ਹੈ, ਨਿੰਦਕਾਂ ਨੂੰ ਪਿੱਠ ਹੋ ਜਾਂਦੀ, ਸ਼ਰਮਸ਼ਾਰੇ ਨਿੰਦਕ ਸਾਰੇ ਹੋਏ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਅੱਗੇ ਜਿਵੇਂ ਮਹਾਰਾਜ ਜੀ ਦੀ ਜਿਹੜੀ ਮੰਗਣੀ ਹੋਈ ਸੀ ਪਹਿਲਾਂ, 1 ਸਾਲ ਉਹਨੂੰ ਅੱਜ ਹੋ ਗਿਆ। ਅੱਜ ਜਿਵੇਂ ਮਹਾਰਾਜ ਜੀ ਦੀ ਸ਼ਾਦੀ ਦੀ ਸਾਰੀ ਤਿਆਰੀ ਹੋਵੇਗੀ, ਉਹ ਪ੍ਰਸੰਗ ਆ ਰਹੇ ਹਨ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੰਦਰ ਬਦਨਾ ਨਕਦਨ ਦੁਖ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਗੁਰੂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਦਾ ਮੰਗਲ ਕਰਦੇ ਹੈ। 7 ਗੁਰੂ ਸਾਹਿਬਾਨਾਂ ਦੇ ਮੰਗਲ ਹੋ ਚੁੱਕੇ ਹਨ। 8ਵੇਂ ਪਾਤਸ਼ਾਹ ਜੀ ਦਾ ਮੰਗਲ ਕਵੀ ਜੀ ਕਰਦੇ, ਕਹਿੰਦੇ ਹੈ ਕਿ ਜੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਹਨ ਉਹ ਸੁੰਦਰਤਾ ਦੇ ਉਹਨਾਂ ਦਾ ਮੁੱਖ ਬੜਾ ਸੁੰਦਰ ਹੈ, ਬੜਾ ਸੁੰਦਰ ਚਿਹਰਾ ਹੈ ਮਹਾਰਾਜ ਜੀ ਦਾ। ਨਿਕਦਨ ਦੁੱਖ, ਦੁੱਖਾਂ ਨੂੰ ਕੱਟਣ ਵਾਲੇ ਹੈ ਮਹਾਰਾਜ ਜੀ। ਸਦਨ ਸੁਖਨ ਗੁਣ ਪੂਰ। ਸੁੱਖਾਂ ਦੇ ਤੇ ਮਹਾਰਾਜ ਘਰ ਹੀ ਹਨ, ਸੁੱਖਾਂ ਦੇ ਟਿਕਾਣੇ ਹੈ, ਤੇ ਗੁਣਾਂ ਵਿੱਚੋਂ ਵੀ ਬਹੁਤ ਵੱਡੇ ਗੁਣ ਵਾਲੇ ਮਹਾਰਾਜ। ਭੂਰ ਗੁਣ, ਸੱਚੇ ਪਾਤਸ਼ਾਹ ਜੀ ਬਹੁਤੇ ਗੁਣਾਂ ਵਾਲੇ ਹਨ, ਮਹਾਨ। ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਜੈ ਜੈ ਮੰਗਲ ਮੂਰ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜੋ ਮੰਗਲ ਖੁਸ਼ੀਆਂ ਦਾ ਤੇ ਮੋਢੀ ਹੈ, ਜੋ ਖੁਸ਼ੀਆਂ ਦੇ ਸਤਿਗੁਰੂ ਜੀ ਆ ਕਾਰਨ ਹਨ, ਖੁਸ਼ੀਆਂ ਦੀ ਰਾਸ ਹਨ। ਐਸੇ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸਦਾ ਹੀ ਜੈ ਹੈ, ਸਦਾ ਹੀ ਜੈ ਹੈ, ਸਦਾ ਫਤਿਹ ਹੈ, ਸਦਾ ਜਿੱਤ ਹੈ। ਕਵੀ ਜੀ ਦਾ ਇਸ਼ਾਰਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤਾ ਚੰਡੀਗੜ੍ਹ ਵਾਰ ਦੇ ਵਿੱਚ, ਇਸੇ ਤਰ੍ਹਾਂ ਜਦੋਂ ਆਪਾਂ ਰੋਜ਼ ਅਰਦਾਸ ਕਰਦੇ ਹਾਂ ਉੱਥੇ ਮਹਾਰਾਜ ਦੇ ਬਚਨ ਆਉਂਦੇ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਭਾਈ ਸੰਤੋਖ ਸਿੰਘ ਜੀ ਦਾ ਤੁਕ ਵੱਲ ਇਸ਼ਾਰਾ ਹੈ ਮਹਾਰਾਜ ਜੀ ਦੇ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦਾ ਮੁੱਖ ਬਹੁਤ ਸੁੰਦਰ ਹੈ, 7.5 ਸਾਲ ਦੀ ਮਹਾਰਾਜ ਜੀ ਦੀ ਉਮਰ ਹੈ, ਤੇ ਦੁੱਖਾਂ ਨੂੰ ਕੱਟਣ ਵਾਲੇ ਹੈ। ਦਿੱਲੀ ਵਿੱਚ ਇੰਨਾ ਦੁੱਖ ਫੈਲ ਗਿਆ ਸੀ, ਚੇਚਕ ਦੀ ਬਿਮਾਰੀ, ਮਹਾਰਾਜ ਦੇ ਚਰਨਾਂ ਦੀ ਪੌਲ ਲੈ ਲੈ ਕੇ ਸਾਰੀ ਦਿੱਲੀ ਠੀਕ ਹੋਈ। ਫਿਰ ਸੁੱਖਾਂ ਦੇ ਘਰ ਮਹਾਰਾਜ ਸੁੱਖ ਬਖਸ਼ੇ, ਵੱਡੇ ਗੁਣਾਂ ਵਾਲੇ ਹੈ, ਸਾਰੇ ਖੁਸ਼ੀਆਂ ਦੇ ਗੁਰੂ ਜੀ ਮੁੱਢ ਹਨ, ਕਾਰਨ ਹਨ। ਦਿੱਲੀ ਵਿੱਚ ਖੁਸ਼ੀਆਂ ਖੁਸ਼ੀਆਂ ਫੈਲ ਗਈਆਂ। ਛੱਜੂ ਜਿਹੜੇ ਝੀਵਰ ਸਨ, ਜਿਹੜੇ ਵਿਚਾਰੇ ਗੂੰਗੇ ਬੋਲੇ, ਉਹਨਾਂ ਦੇ ਉੱਪਰ ਵੀ ਆਪਣੀ ਕਿਰਪਾ ਦੀ ਛਟੀ ਰੱਖ ਕੇ ਤੇ ਅਰਥ ਕਰਵਾ ਦਿੱਤੇ ਸੀ, ਸਮੱਤ ਬਖਸ਼ ਦਿੱਤੀ ਸੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਇਹ ਖਲ ਮੂਰਖਾਂ ਨੂੰ ਮਹਾਰਾਜ ਪੰਡਿਤ ਕਰ ਦਿੰਦੇ ਵਿਦਵਾਨ, ਤੇ ਪੰਡਤਾਂ ਨੂੰ ਮਹਾਰਾਜ ਕਰ ਦਿੰਦੇ ਮੂਰਖ। ਇਹ ਗੁਰੂ ਜੀ ਨੇ ਬਚਨ ਸੱਚੇ ਕੀਤੇ। ਕੁਝ ਨਿੰਦਕ ਲੋਕ, ਜਿਹੜੀ ਅੱਜ ਕੱਲ੍ਹ ਦੀ ਨਵੀਂ ਪਨੀਰੀ ਹੈ, ਜਿਨ੍ਹਾਂ ਨੇ ਭੇਖ ਗੁਰੂ ਮਹਾਰਾਜ ਦੇ ਸਿੱਖੀ ਦੇ ਧਾਰੇ ਨਾਮਾਂ ਦੇ ਨਾਲ ਸਿੰਘ ਲਾਇਆ ਹੋਇਆ ਹੈ,
ਪਰ ਉਹ ਸਿੰਘ ਨਹੀਂ ਹੈ, ਉਹ ਸਿੱਖੀ ਧਰਮ ਦੇ ਉੱਤੇ ਵਾਰ ਕਰਨ ਵਾਲੇ ਲੋਕ ਹਨ। ਸਿੱਖਾਂ ਨੂੰ ਜਦੋਂ ਕਿਸੇ ਨੇ ਢਾਹ ਲਾਈ ਹੈ, ਉਹਨੇ ਸਿੱਖੀ ਦਾ ਰੂਪ ਧਾਰ ਕੇ ਢਾਹ ਲਾਈ ਹੈ। ਕਿਉਂਕਿ ਭੇਖ ਉਹ ਜਿਹਾ ਬਣਾਵਾਂਗੇ, ਉਹੋ ਜਿਹੀ ਗੱਲ ਕਰਾਂਗੇ ਤੇ ਲੋਕਾਂ ਨੂੰ, ਸੁਣਨ ਵਾਲਿਆਂ ਨੂੰ ਇਹ ਹੋਊਗਾ ਵੀ ਵੇਖੋ ਇਹ ਵੀ ਤਾਂ ਸਿੱਖ ਹੀ ਹੈ ਜਿਹੜਾ ਕਹਿ ਰਿਹਾ ਹੈ। ਜਿਹੜੇ ਦੂਜੇ ਕਹਿੰਦੇ ਕੋਈ ਜ਼ਿਆਦਾ ਸਿੱਖ ਨਹੀਂ ਹੈ। ਉਹ ਕਹਿੰਦੇ ਆ ਜੀ ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਨੇ ਦਿੱਲੀ ਵਿੱਚ ਇੰਨਿਆਂ ਦੀ ਬਿਮਾਰੀ ਦੂਰ ਕੀਤੀ ਤੇ ਉਹ ਆਪ ਕਿਉਂ ਨਾ ਬਚ ਸਕੇ। ਇਹ ਇੱਕ ਸਿੱਖ ਨਾਮ ਰੱਖਣ ਵਾਲਿਆਂ ਦਾ ਇਹੋ ਜਿਹਾ ਸਵਾਲ ਹੈ। ਪਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ 10 ਸਰੂਪ ਜਿਹੜੇ ਵਰਤਣੇ ਸਨ, ਜਿੰਨੇ ਸਮੇਂ ਦੇ ਵਿੱਚ ਉਹ ਜਿਹੜਾ ਸਮਾਂ ਨਿਯਤ ਕੀਤਾ ਸੀ, ਜਿਹੜੇ ਬਾਣੇ ਦਾ, ਜਿਹੜੇ ਸਰੀਰ ਦਾ, ਉਹਨਾਂ ਚਿਰ ਹੀ ਗੁਰੂ ਜੀ ਨੇ ਰੱਖਣਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜੀ ਗੱਦੀ ਜਿਸ ਸਮੇਂ ਬਖਸ਼ਣੀ ਸੀ, ਉਹ ਉਸੇ ਸਮੇਂ ਬਣ ਆਉਂਦੀ ਸੀ। ਗੁਰੂ ਜੀ ਆਪਣੀ ਉਮਰ ਉਨੀ ਬਿਤਾਉਣੀ ਚਾਹੁੰਦੇ ਸਨ, ਆਪਣੀ ਮੌਜ ਦੇ ਮਾਲਕ। ਮੂਰਖਾਂ ਦੇ ਸਵਾਲ ਕਰਨ ਦਾ ਮਕਸਦ ਇਹ ਨਹੀਂ ਪਤਾ ਲੱਗਦਾ ਵੀ ਜੇ ਗੁਰੂ ਜੀ ਠੀਕ ਕਰ ਸਕਦੇ ਆ ਸਭ ਨੂੰ, ਤੇ ਆਪਣੇ ਆਪ ਨੂੰ ਠੀਕ ਕਰਨ ਵਿੱਚ ਕਿਹੜੀ ਗੁਰੂ ਜੀ ਨੂੰ ਦਿੱਕਤ ਸੀ। ਪਰ ਗੱਲ ਤੇ ਵਿਚਲੀ ਇਹ ਵੀ ਮਹਾਰਾਜ ਨੇ ਉਨਾ ਹੀ ਸਮਾਂ ਰੱਖਣਾ ਸੀ ਤੇ ਔਰੰਗਜ਼ੇਬ ਵਰਗੇ ਦੁਸ਼ਟਾਂ ਨੂੰ ਦਰਸ਼ਨ ਨਹੀਂ ਸੀ ਦੇਣਾ ਮਹਾਰਾਜ ਜੀ ਨੇ। ਉਹ ਦਿੱਲੀ ਦੇ ਵਿੱਚ ਗੁਰੂ ਜੀ ਨੇ ਸਰੀਰ ਛੱਡਿਆ ਤੇ ਅੱਜ ਉਹ ਸਥਾਨ ਬਣੇ ਹੋਏ ਹੈ। ਜੇ ਮਹਾਰਾਜ ਉੱਥੇ ਸਰੀਰ ਨਾ ਤਿਆਗਦੇ, ਸੱਚਖੰਡ ਨਾ ਪਿਆਨਾ ਕਰਦੇ, ਇੱਥੇ ਵਾਪਸ ਆ ਜਾਂਦੇ ਤੇ ਇੱਥੇ ਸਥਾਨ ਬਣਦੇ, ਦਿੱਲੀ ਵਿੱਚ ਨਾ ਬਣਦੇ ਫਿਰ। ਪਰ ਮਹਾਰਾਜ ਨੇ ਕੌਤਕ ਕੀਤੇ ਹੈ। ਉੱਥੇ 10ਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਮਹਾਰਾਜ ਜੀ ਦਾ, ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ, 8ਵੇਂ ਪਾਤਸ਼ਾਹ ਦਾ ਆਪਣਾ ਸਥਾਨ ਹੈ। ਕਿੰਨਾ ਕੌਤਕ ਹੈ ਅੰਦਰੇ ਅੰਦਰ ਰਚਿਆ ਮਹਾਰਾਜ ਜੀ ਨੇ। ਪਰ ਲੋਕ ਡਰਦੇ ਕੋਈ ਨਹੀਂ। ਮਹਾਰਾਜ ਤੇ ਇਹੀ ਕਹਿੰਦੇ ਆ, ਵੇਖ ਰਹੇ ਸਾਡੇ ਵਰਗਿਆਂ ਵੱਲ, ਵੇਂਦੇ ਆ ਮਹਾਰਾਜ ਸਾਨੂੰ ਵੀ ਕਿੱਥੋਂ ਤੱਕ ਜਾਂਦੇ ਆ ਸਾਡੇ ਸਿੱਖ ਜਿਹੜੇ ਬਣੇ ਫਿਰਦੇ ਆ, ਵੀ ਜਿਨ੍ਹਾਂ ਵਾਸਤੇ ਇੰਨਾ ਬਲੀਦਾਨ ਕੀਤਾ, ਤੱਤੀਆਂ ਤਵੀਆਂ ਦੇ ਬੈਠੇ ਆ, ਉਬਲਦੀਆਂ ਦੇਗਾਂ 'ਚ ਬੈਠੇ, ਰੇਤੇ ਪਵਾਏ, ਸੀਸ ਬਲੀਦਾਨ ਕੀਤੇ ਹੈ, ਪਰਿਵਾਰ ਵਾਰਿਆ ਹੈ, ਇਹ ਕਿੱਥੋਂ ਤੱਕ ਜਾਂਦੇ ਹੈ। ਇਹਨਾਂ ਨੂੰ ਵੇਖੀਏ ਕੀ ਕਰਦੇ ਹੈ। ਗੁਰੂ ਜੀ ਸਾਡੀ ਹੱਦ ਵੇਖ ਰਹੇ ਵੀ ਕਿੱਥੋਂ ਤੱਕ ਅਸੀਂ ਪਹੁੰਚਦੇ ਹਾਂ। ਤਾਂ ਹੀ ਤਾਂ ਮਹਾਰਾਜ ਸ਼ਾਂਤ ਚਿੱਤ ਹਨ। ਪਰ ਉਹ ਜਿਹੜੇ ਕੋਈ ਜੱਕੜ ਮਾਰਨ ਵਾਲੇ ਹੈ, ਉਹ ਬੋਲੀ ਜਾਂਦੇ ਹੈ, ਬੋਲੀ ਜਾਂਦੇ ਹੈ। ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਮਿਲ ਰਹੀਆਂ ਹਨ, ਪਹਿਲਾਂ ਤਾਂ ਮੂੰਹ ਬੋਲ ਲੈਂਦੇ ਹੈ ਅਤੇ ਬਾਅਦ ਵਿੱਚ 2 ਦਿਨ ਬਾਅਦ ਹੀ ਉਹ ਮਾਫੀਆਂ ਮੰਗਣ ਲੱਗ ਪੈਂਦੇ, ਸਾਡੇ ਕੋਲ ਗਲਤੀ ਹੋ ਗਈ ਜੀ, ਅਸੀਂ ਤਾਂ ਗਲਤੀ ਕਰ ਬੈਠੇ ਹਾਂ। ਫਿਰ ਆਪਣੇ ਆਪ ਨੂੰ ਕੁੱਤੇ ਵੀ ਕਹੀ ਜਾਂਦੇ, ਅਸੀਂ ਕੁੱਤੇ ਹਾਂ ਜੀ, ਅਸੀਂ ਤਾਂ ਬਹੁਤ ਮਾੜੇ ਹਾਂ। ਕੀ ਫਾਇਦਾ ਹੈ ਪਹਿਲਾਂ ਮੂੰਹ ਬੋਲ ਕੇ ਅਤੇ ਫਿਰ ਆ ਮਾਫੀ ਮੰਗਣੀ, ਇੱਜ਼ਤ ਵੀ ਲਵਾ ਲੈਣੀ, ਕੋਈ ਫਾਇਦਾ ਨਹੀਂ ਹੈ। ਜਿਹੜੇ ਸਿੱਖ ਧਰਮ ਦਾ ਕਿਸੇ ਨਾਲ ਵਿਰੋਧ ਨਹੀਂ ਹੈ, ਟਕਸਾਲ ਦਾ ਕਿਸੇ ਸੰਸਥਾ ਨਾਲ ਵਿਰੋਧ ਨਹੀਂ ਹੈ। ਇਹ ਲੋਕਾਂ ਦੇ ਮਨਾਂ 'ਚ ਗੱਲ ਬੈਠੀ ਹੋਈ ਹੈ ਵੀ ਟਕਸਾਲ ਗੁੰਡਾਗਰਦੀ ਕਰਦੀ ਹੈ ਜੀ। ਮਿਸ਼ਨਰੀ ਤਾਂ ਬਹੁਤ ਸਹੀ ਹੈ, ਸਹੀ ਕੋਈ ਨਹੀਂ ਹੈ। ਉਹਨਾਂ ਲੋਕਾਂ ਨੇ ਕਾਲਜ ਇਸੇ ਕੰਮ ਨੂੰ ਹੀ ਬਣਾਇਆ, ਉਹਨਾਂ ਦਾ ਮਿਸ਼ਨ ਹੀ ਹੈ ਇਹ ਕਿ ਹਰ ਇੱਕ ਚੀਜ਼ ਨੂੰ ਖੰਡਨ ਕਰਕੇ ਰੱਖ ਦੇਣਾ, ਬਿਲਕੁਲ ਖੰਡਨ ਕਰਕੇ ਰੱਖ ਦੇਣਾ। ਇੱਕ ਪਾਸੇ ਉਹ ਲੋਕ ਇਤਿਹਾਸ ਨੂੰ ਮੰਨਦੇ ਕੋਈ ਨਹੀਂ, ਜਿਹਦੀ ਆਪਾਂ ਕਥਾ ਕਰ ਰਹੇ ਹਾਂ। ਕਹਿੰਦੇ ਵੀ ਸੂਰਜ ਪ੍ਰਕਾਸ਼ ਦੀ ਕਥਾ ਬਿਲਕੁਲ ਨਹੀਂ ਕਰਨੀ ਹੈ। ਇੱਕ ਪਾਸੇ ਉਹ ਇਹੀ ਸਾਖੀਆਂ ਲਾ ਕੇ ਤੇ ਪ੍ਰਮਾਣ ਦੇਈ ਜਾ ਰਹੇ ਹਨ, ਆਪਣੀ ਗੱਲ 'ਤੇ ਉਹ ਪੂਰੇ ਨਹੀਂ ਹਨ। ਉਹਨਾਂ ਦਾ ਮਿਸ਼ਨ ਹੈ ਗੁਰੂ ਦੇ ਹਰ ਇੱਕ ਗੱਲ 'ਤੇ ਕਿੰਤੂ ਕਰਕੇ ਉਹਦਾ ਖੰਡਨ ਕਰ ਦੇਣਾ, ਬਸ ਭੇਖ ਧਾਰਿਆ ਹੈ। ਬਹੁਤ ਘੱਟ ਇਹੋ ਜਿਹੇ ਹਨ ਜਿਹੜੇ ਗੁਰੂ ਦੀ ਸਿੱਖਿਆ ਵਿੱਚ ਪੂਰੇ ਹੈ ਅਤੇ ਗੁਰੂ ਨੂੰ ਮੰਨਦੇ ਹੈ, ਸ਼ਰਧਾ ਰੱਖਦੇ ਹੈ। ਨਹੀਂ ਤਾਂ ਤੁਹਾਨੂੰ ਬਹੁਤ ਇਹੋ ਹੀ ਮਿਲਣਗੇ, ਕਹਿੰਦੇ ਜੀ ਕੋਈ ਸੰਤ ਨਹੀਂ ਹੁੰਦਾ, ਕੋਈ ਹੁਣ ਜੋਤ ਨਹੀਂ ਜਗਾਉਣੀ ਹੈ ਗੁਰੂ ਘਰ, ਕੋਈ ਜਿਹੜੇ ਹੈ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਹੈ, ਕੋਈ ਪ੍ਰਦਖਣਾ ਨਹੀਂ ਕਰਨੀ ਹੈ। ਜੇ ਕੁਝ ਨਹੀਂ ਕਰਨਾ ਤਾਂ ਫਿਰ ਕਰਨਾ ਵੀ ਕੀ ਇੱਥੇ ਆ ਕੇ। ਇਹੋ ਜਿਹੀਆਂ ਇੰਨੀਆਂ ਉਹਨਾਂ ਦੀ ਗੱਲਾਂ ਹੈ।
ਤੇ ਕੀ ਕੁਝ ਹੋ ਰਿਹਾ ਹੈ, ਕਿੰਨੇ ਲੋਕ ਗੁੰਮਰਾਹ ਹੋ ਗਏ ਹੈ, ਪਤਾ ਹੀ ਕੋਈ ਨਹੀਂ। ਮਾੜੀ ਸੰਗਤ ਦਾ ਅਸਰ ਬਹੁਤ ਛੇਤੀ ਹੋ ਜਾਂਦਾ, ਚੰਗੀ ਸੰਗਤ ਦਾ ਅਸਰ ਬਹੁਤ ਘੱਟ ਹੁੰਦਾ ਹੈ। ਹੁਣ ਇੱਥੇ ਕਵਾਂਗੇ ਵੀ ਭਾਈ ਗੁਰੂ ਦਾ ਨਾਮ ਜਪੋ ਰਾਤ ਦਿਨ, ਤੇ ਲੋਕਾਂ ਕਹਿਣਾ ਵੀ ਤੂੰ ਤੇ ਵੇਲਾ, ਅਸੀਂ ਵੇਲੇ ਥੋੜ੍ਹੀ ਹਾਂ। ਤੇ ਜਿਹੜਾ ਕਹੋ ਵੀ ਇੱਕ ਪਾਠ ਜਪਜੀ ਸਾਹਿਬ ਦਾ ਕਰੋ, ਫਿਰ 24 ਘੰਟੇ ਤੁਹਾਨੂੰ ਵੇਖਣ ਦੀ ਲੋੜ ਨਹੀਂ ਪਾਠ ਵੱਲ, ਕੋਈ ਸਿਮਰਨ ਵੱਲ। ਅਸੀਂ ਤੇ ਆਪੇ ਕਹਿਣਾ ਵੀ ਉਹ ਚੰਗਾ ਹੈ, ਕਿਉਂਕਿ ਸਾਨੂੰ ਛੂਟ ਮਿਲ ਗਈ ਹੈ। ਜਿਹੜਾ ਕਹਿ ਦੂਗਾ ਵੀ ਬਾਹਰੋਂ ਤੁਸੀਂ ਗੰਦੇ ਰਹੋ, ਅੰਦਰੋਂ ਤੁਸੀਂ ਚੰਗੇ ਹੋਣੇ ਚਾਹੀਦੇ ਜੇ, ਅੰਦਰਲੀ ਸੁੱਚਤਾ ਹੀ ਤੁਹਾਡੀ ਚਾਹੀਦੀ, ਬਾਹਰੋਂ ਤੁਸੀਂ ਐਨ ਮੈਲੇ ਮੂਲੇ ਰਹੋ ਬਣ ਕੇ। ਖਾਓ ਪੀਓ ਜੋ ਮਿਲਦਾ ਹੈ, ਮਾਸ ਖਾਓ, ਸ਼ਰਾਬ ਪੀਓ, ਨਸ਼ੇ ਕਰੋ, ਕੋਈ ਗੱਲ ਨਹੀਂ ਹੈ, ਪਰ ਤੁਹਾਡੇ ਅੰਦਰ ਪਰਮੇਸ਼ਰ ਦਾ ਪ੍ਰੇਮ ਹੋਣਾ ਚਾਹੀਦਾ। ਅਤੇ ਉੱਥੇ ਤਾਂ ਅਸੀਂ ਆਪੇ ਭੱਜ ਜਾਵਾਂਗੇ ਵੀ ਸਾਨੂੰ ਮਿਲ ਗਿਆ ਸਭ ਕੁਝ, ਹੋਰ ਕੀ ਚਾਹੀਦਾ ਹੈ। ਜਿਹਨੇ ਵਰਜਣਾ ਨਹੀਂ ਹੈ, ਰੋਕਣਾ ਨਹੀਂ ਹੈ, ਉੱਥੇ ਬੰਦਾ ਛੇਤੀ ਜਾਂਦਾ ਹੈ। ਇਸੇ ਕਰਕੇ ਲੋਕ ਅੰਮ੍ਰਿਤ ਛਕਣ ਤੋਂ ਵੀ ਡਰਦੇ ਹਨ ਵੀ ਛਕਾਂਗੇ, ਮਾੜਾ ਕੰਮ ਕਰਾਂਗੇ ਅਤੇ ਸਾਨੂੰ ਲੋਕ ਵੇਖਣਗੇ, ਭੰਡੀ ਹੋਊਗੀ। ਇਸ ਤਰ੍ਹਾਂ ਰਹਿੰਦੇ ਆਜ਼ਾਦ, ਪਤਾ ਨਾ ਲੱਗੇ ਮੈਂ ਕੌਣ ਹਾਂ, ਪਰ ਨਾਮ ਮੇਰਾ ਸਿੰਘ ਹੀ ਹੈ। ਇਹੋ ਜਿਹੀਆਂ ਉਹ ਗੱਲਾਂ ਵਿਚਾਰਾਂ ਲੋਕ ਕਰਦੇ ਆ। ਕੋਈ ਸੰਸਥਾ ਮਾੜੀ ਨਹੀਂ ਹੈ, ਜੇ ਮਿਸ਼ਨਰੀਆਂ ਵਿੱਚ ਬੰਦੇ ਆ ਤਾਂ ਉਹ ਵੀ ਸਿੱਖ ਹੀ ਉਹ ਅਖਵਾ ਰਹੇ ਆ, ਪਰ ਉਹ ਉਦੋਂ ਸਿੱਖ ਨਹੀਂ ਰਹਿ ਜਾਂਦਾ ਜਦੋਂ ਕਹਿੰਦਾ ਪ੍ਰਦਖਣਾ ਨਹੀਂ ਕਰਨੀ ਹੈ, ਗੁਰੂ ਘਰ ਜਾ ਕੇ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ। ਇਹਦੇ ਤਾਂ ਬਣਾਇਆ ਵੀ ਦੂਰੋਂ ਪਤਾ ਲੱਗ ਜਾਏ ਗੁਰਦੁਆਰਾ ਸਾਹਿਬ ਹੈ। ਇਹੋ ਜਿਹੀਆਂ ਨਾਸਤਕ ਗੱਲਾਂ ਵੀ ਜੇ ਝੰਡਾ ਚੜਿਆ ਹੈ ਤਾਂ ਉਹੀ ਕੌਮ ਦੀ ਜਿੱਤ ਹੈ, ਜੇ ਝੰਡਾ ਤੁਸੀਂ ਲਾ ਦਿਓ ਨਿਸ਼ਾਨ ਸਾਹਿਬ ਤੇ ਤੁਹਾਡੀ ਜਿੱਤ ਵੀ ਕਾਹਦੀ ਹੈ। ਅਤੇ ਜਿਹਦੇ ਨਾਲ ਸਾਡੀ ਜਿੱਤ, ਉਹਨੂੰ ਹੀ ਮੱਥਾ ਨਹੀਂ ਟੇਕਣਾ ਚਾਹੁੰਦੇ। ਗੁਰੂ ਘਰ ਜੀ ਵਿੱਚ ਹਰ ਇੱਕ ਚੀਜ਼ ਪੂਜਣ ਯੋਗ ਹੈ। ਤੁਹਾਡੇ ਜੇ ਸ਼ਰਧਾ ਹੋਵੇ ਤਾਂ ਤੁਸੀਂ ਕੁਝ ਵੀ ਪੂਜੀ ਜਾਓ, ਤੁਹਾਡਾ ਪ੍ਰਮਾਣਿਕ ਹੈ। ਜੇ ਸ਼ਰਧਾ ਨਹੀਂ ਹੈ ਤਾਂ ਤੁਹਾਡੇ ਵਿੱਚ ਕੁਝ ਵੀ ਨਹੀਂ ਹੈ। ਨਿਸ਼ਾਨ ਸਾਹਿਬ, ਜੋਤਾਂ, ਪ੍ਰਦਖਣਾ, ਇਹ ਸਭ ਲਾਜ਼ਮੀ ਹੈ। ਗੁਰੂ ਦੀਆਂ ਬਾਣੀਆਂ ਪੜ੍ਹਨੀਆਂ ਲਾਜ਼ਮੀ ਹੈ। ਕਹਿਣ ਦਾ ਮਕਸਦ ਸਾਧ ਸੰਗਤ ਜੀ, ਉਹ ਜਿਹੜੇ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਮਿਸ਼ਨਰੀ ਕਾਲਜ ਨਾਲ ਵਰਕੜਿਆਂ, ਅਸੀਂ ਵਰਕ ਕਰਦੇ ਹਾਂ, ਸਾਡਾ ਮਿਸ਼ਨ ਹੈ ਸਿੱਧੇ ਪਾਸੇ ਲਾਉਣਾ, ਉਹਨਾਂ ਦਾ ਆਹ ਮਿਸ਼ਨ ਹੈ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੇ ਇਹ ਦੂਜਿਆਂ ਦੀ ਬਿਮਾਰੀ ਠੀਕ ਕਰ ਸਕਦੇ ਤੇ ਆਪਣੀ ਬਿਮਾਰੀ ਕਿਉਂ ਨਾ ਠੀਕ ਕਰ ਸਕੇ। ਇਹ ਮੌਤ ਵਾਲੇ ਦਿਨ, ਮਾੜੇ ਦਿਨ ਸਾਡੇ ਲੋਕਾਂ ਦੇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਕੋਈ ਸੀਸ ਨਹੀਂ ਲਾ ਸਕਦਾ ਸੀ। 10ਵੇਂ ਪਾਤਸ਼ਾਹ ਜਿਹਨੂੰ ਅਨੰਦਪੁਰ ਸਾਹਿਬ ਤੋਂ ਕੋਈ ਨਹੀਂ ਛੱਡਣ ਲਈ ਕਹਿ ਸਕਦਾ ਸੀ। ਇਹ ਜਿੰਨਾ ਕੁਝ ਵੀ ਕੀਤਾ ਸਤਿਗੁਰੂ ਜੀ ਨੇ, ਇਹ ਬਸ ਸਾਡੇ ਵਾਸਤੇ ਤੇ ਇੱਕ ਆਮ ਮਨੁੱਖ ਦੀ ਤਰ੍ਹਾਂ ਵਰਤ ਕੇ ਕੀਤਾ। ਨਹੀਂ ਤੇ ਗੁਰੂ ਜੀ ਹਰਨ ਭਰਨ ਜਾ ਕਾ ਨੇਤਰ ਫੋਰ, ਨੇਤਰ ਨੂੰ ਮੂੰਦ ਲੈਂਦੇ ਤੇ ਲੱਭਣੇ ਨਹੀਂ ਸੀ ਔਰੰਗਜ਼ੇਬ ਵਰਗੇ। ਪਰ ਜੇ ਸ਼ਕਤੀ ਗੁਰੂ ਜੀ ਵਰਤ ਲੈਂਦੇ ਉੱਥੇ, ਤੇ ਅਸੀਂ ਰੌਲਾ ਪਾਈ ਫਿਰਨਾ ਹੈ ਵੀ ਗੁਰੂ 'ਚ ਸ਼ਕਤੀ, ਸਾਡੀ ਸ਼ਕਤੀ ਕੋਈ ਨਹੀਂ, ਕੀ ਕਰੀਏ ਹੁਣ, ਤੇ ਸਾਨੂੰ ਮੁਸਲਮਾਨ ਬਣਨਾ ਹੀ ਪਵੇਗਾ, ਸਾਨੂੰ ਧਰਮ ਬਦਲਣਾ ਹੀ ਪਊਗਾ, ਸਾਡੇ 'ਚ ਸ਼ਕਤੀ ਕੋਈ ਨਹੀਂ ਹੈਗੀ। ਮਹਾਰਾਜ ਨੇ ਬਸ ਇਹੀ ਸਿਖਾਇਆ, ਸ਼ਕਤੀ ਤੇਰੇ ਅੰਦਰ, ਭਾਈ ਗੁਰਬਾਣੀ ਪੜ੍ਹ, ਤੂੰ ਨਿਡਰ ਹੋ ਜਾਏਗਾ, ਤੇਰੀ ਸ਼ਕਤੀ ਆ ਜਾਊਗੀ। ਬਾਕੀ ਗੁਰੂ ਜੀ ਅਨੰਤ ਕਲਾ ਲੈ ਠਾਕੁਰ ਚੜ੍ਹਿਆ। ਮਹਾਰਾਜ ਸ਼ਕਤੀ ਬੇਅੰਤ ਸੀ, ਉਹ ਵਿਖਾਈ ਹੈ ਕਿਤੇ ਕਿਤੇ ਗੁਪਤ ਕਰਕੇ। ਹੁਣ ਵੀ ਮਹਾਰਾਜ ਵਿਖਾਉਂਦੇ ਆ, ਜਿਹੜੇ ਕੋਈ ਬਹੁਤਾ ਬੋਲਦੇ ਆ, ਜਿਹੜੇ ਗੁਰੂ ਜੀ ਨੂੰ ਇੱਧਰੋਂ ਬੋਲ ਲੈਂਦੇ ਮੰਦਾ, ਫਿਰ ਅਗਲੇ ਦਿਨ ਮਾਫੀ ਮੰਗ ਲੈਂਦੇ। ਸ਼ਕਤੀ ਨਹੀਂ ਤੇ ਹੋਰ ਕੀ ਹੈ। ਜਦੋਂ ਪਤਾ ਲੱਗਦਾ ਵੀ ਹੁਣ ਮੇਰੀ ਮੌਤ ਆਈ ਹੈ ਨੇੜੇ। ਬਹੁਤ ਲੋਕ ਹੈ ਦਿਨ ਵਿੱਚ ਇਹੋ ਜਿਹੇ ਮਿਲਦੇ ਜਿਹੜੇ ਬਹੁਤ ਕੁਬੁੱਧੀਆਂ ਗੱਲਾਂ ਕਰਦੇ ਆ, ਉਲਟਾ ਬਾਅਦ ਵਿੱਚ ਮਾਫੀਆਂ ਮੰਗਦੇ ਹੈ। ਪਰ ਮਾਫੀ ਇੱਥੇ ਤਾਂ ਚਲੋ ਮਿਲ ਜਾਊਗੀ, ਪੰਥ ਦੀ ਘਾਟ ਕਰਕੇ ਅਗਲੇ ਪਾਸੇ ਕੋਈ ਨਹੀਂ ਮਾਫੀ ਹੋਣੀ ਹੈ। ਅਤੇ ਉਹ ਜਿਨ੍ਹਾਂ ਨੇ ਕਿਹਾ ਹੈ ਵੀ ਮਹਾਰਾਜ ਜੀ ਆਪਣਾ ਕੋਈ ਨਹੀਂ ਬਚਾ ਕਰ ਸਕੇ, ਵੀ ਜੇ ਕਿਸਮਤ ਨਾਲ ਹੀ ਇਹ ਕੁਝ ਹੋਣਾ ਹੈ, ਵੀ ਕਿਸਮਤ ਜਿਹਦੀ ਆਈ ਉਹਨੇ ਤਾਂ ਚਲੇ ਹੀ ਜਾਣਾ ਹੈ। ਫਿਰ ਮਹਾਰਾਜ ਜੀ ਵੀ ਇਹਦਾ ਮਤਲਬ ਕਿਸਮਤ ਐਸੀ ਸੀ ਤੈਸੀ ਸੀ, ਬੜੀਆਂ ਗੱਲਾਂ ਲਿਖੀਆਂ ਜੋ ਆਪਾਂ ਬੋਲ ਨਹੀਂ ਸਕਦੇ, ਕਿਉਂਕਿ ਅਸੀਂ ਕਾਹਨੂੰ ਗੁਨਾਹਗਾਰ ਹੋਣਾ ਹੈ। ਉਹਨਾਂ ਲੋਕਾਂ ਨੂੰ ਇਹੀ ਸਿੱਖਿਆ ਹੈ ਕਿ ਮੂਰਖ
ਚੁੰਚ ਗਿਆਨੀ ਲੋਕ ਲੂੰਬੜ ਇਕੱਠੇ ਹੋਏ ਹੈ। ਗੁਰੂ ਤੇ ਸ਼ੰਕਾ ਕਰਨ ਵਾਲਾ ਕੋਈ ਸਿੱਖ ਨਹੀਂ ਹੁੰਦਾ। ਉਹ ਟੁੱਕੜ ਬੋਝ ਲੋਕ ਪੱਗਾਂ ਸਿਰ 'ਤੇ ਬੰਨ੍ਹ ਕੇ ਦਾੜੇ ਆਪਣੇ ਛੱਡ ਕੇ ਸਾਨੂੰ ਗੁੰਮਰਾਹ ਕਰ ਰਹੇ ਹਨ। ਇਸ ਕਰਕੇ ਇਹਨਾਂ ਭੇਖੀਆਂ ਤੋਂ ਅਸੀਂ ਬਚੀਏ, ਗੁਰੂ 'ਤੇ ਅਥਾਹ ਸ਼ਰਧਾ ਰੱਖੀਏ, ਜਿਸ ਕਰਕੇ ਸਾਡਾ ਲੋਕ ਸੁਖੀ ਪਰਲੋਕ ਸਹੇਲੇ ਹੋ ਸਕਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਬਚਨ ਇੱਥੇ ਮੰਗਲ ਵਿੱਚ ਲਿਖਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਦੁੱਖਾਂ ਨੂੰ ਕੱਟਣ ਵਾਲੇ ਹਨ, ਸੁੱਖਾਂ ਦੇ ਮੁੱਢ ਹੈ, ਖੁਸ਼ੀਆਂ ਦੇ ਮੁੱਢ ਹੈ। ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਤੁਹਾਡੀ ਸਦਾ ਹੀ ਜੈ ਹੈ, ਤੁਹਾਡੀ ਸਦਾ ਹੀ ਫਤਿਹ ਜਿੱਤ ਹੈ। ਸ੍ਰੀ ਬਾਲਾ ਸੰਦਰਵਾਚ ਸਵਈਆ ਐਸੇ ਹੀ ਕਾਲ ਬਤੀਤ ਕਰਾ। ਜਦੋਂ ਮੋਦੀ ਖਾਨੇ ਵਿੱਚ ਹਿਸਾਬ ਕਿਤਾਬ ਹੋ ਗਿਆ ਤੇ 321 ਰੁਪਏ ਮਹਾਰਾਜ ਜੀ ਦੇ ਵੱਧ ਨਿਕਲੇ, 3000 ਹੋਰ ਨਵਾਬ ਨੇ ਦਿੱਤਾ। ਮਹਾਰਾਜ ਜੀ ਉਸੇ ਤਰ੍ਹਾਂ ਸਖੀ ਪੁਣੇ ਸੁਭਾਅ ਵਾਲਾ ਬਣਾ ਕੇ, ਖੁੱਲ੍ਹ ਦਿਲੀ ਵਾਲਾ, ਵਾਧੂ ਦਾਨ ਪੁੰਨ ਹੋਰ ਕਰੀ ਜਾ ਰਹੇ ਹਨ। ਮੋਦੀ ਖਾਨੇ ਦਾ ਕੰਮ ਕਰਦਿਆਂ, ਹਿਸਾਬ ਕਿਤਾਬ ਨਿਬੇੜਦਿਆਂ ਕੁਝ ਸਮਾਂ ਹੋਰ ਬਤੀਤ ਮਹਾਰਾਜ ਨੇ ਕਰ ਲਿਆ ਹੈ। 1 ਸਾਲ ਭਇਓ ਪਛਾਤ ਸਗਾਈ। ਮਹਾਰਾਜ ਜੀ ਦੀ ਜਿਹੜੀ ਸਗਾਈ ਮੰਗਣੀ ਹੋਈ ਸੀ ਉਹਨੂੰ 1 ਸਾਲ ਹੋ ਗਿਆ ਹੈ। 1 ਸਾਲ ਮੰਗਣੀ ਤੋਂ ਬਾਅਦ ਮੂਲੇ ਨੈ ਲੀਨ ਭੁਲਾਏ ਦਵਿਜੋ ਤਮਾ। ਜੋ ਸਤਿਗੁਰ ਜੀ ਦੇ ਸਹੁਰਾ ਜੀ ਸਨ ਮੂਲ ਚੰਦ ਜੀ, ਉਹਨਾਂ ਨੇ ਇੱਕ ਉੱਤਮ ਬ੍ਰਾਹਮਣ ਨੂੰ ਘਰ ਵਿੱਚ ਬੁਲਾਇਆ ਹੈ। ਸਾਦਰ ਆਸਨ ਦੀਨੋ ਦਸਾਈ। ਬੜਾ ਆਦਰ ਸਨਮਾਨ ਕੀਤਾ ਹੈ ਬ੍ਰਾਹਮਣ ਦਾ ਤੇ ਆਸਣ ਸੋਹਣਾ ਢਾ ਕੇ ਰੱਖ ਦਿੱਤਾ ਹੈ। ਰਾਸ ਪੈਸਾਹਾ ਸੁਦਾਈ ਕੈ ਸੁਧ। ਤੇ ਕੀ ਹੈ ਸਾਹਾ ਸੁਧਾਇਆ ਹੈ। ਰਾਸ ਵੀ ਕਿਹੜੀ ਰਾਸ ਤੇ ਸਾਹਾ ਸੋਧੀਏ, ਕਿੱਦਣ ਮਹੂਰਤ ਕੱਢੀਏ ਤੇ ਕਿਹੜਾ ਥਿੱਤ ਚੰਗੀ ਹੈ, ਕਿਹੜਾ ਵਾਰ ਚੰਗਾ ਹੈ, ਇਵੇਂ ਉਹ ਸਾਹਾ ਸੁਧਾਇਆ ਹੈ। ਇੱਥੋਂ ਹੀ ਕਈ ਇੰਨੀ ਚੀਜ਼ ਪੜ੍ਹ ਕੇ ਇੱਥੋਂ ਹੀ ਲੋਕ ਰੌਲਾ ਪਾ ਦਿੰਦੇ ਹੈ ਜਿਹੜੇ ਕਊਆ ਗਿਆਨੀ ਹਨ। ਮਾਤੜ ਕੋਈ ਗਿਆਨੀ ਨਹੀਂ, ਪਰ ਜਿਹੜੇ ਸੰਤ ਮਹਾਂਪੁਰਸ਼ ਉਹਨਾਂ ਨੂੰ ਕਊਆ ਗਿਆਨੀ ਕਹਿੰਦੇ ਇਹੋ ਜਿਹੇ ਲੋਕਾਂ ਨੂੰ। ਵੀ ਇਹ ਜਿਹੜਾ ਸਾਹਾ ਸੁਧਾਇਆ ਹੈ ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਵਰਜਿਆ ਹੈ। ਕਿਉਂਕਿ ਸਿੱਖੀ ਦੀ ਜਿਹੜੀ ਹੋਂਦ, ਸਿੱਖੀ ਦੇ ਕਰਤਾ, ਸਿੱਖੀ ਦੇ ਮੁੱਢ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਏ ਹੈ। ਮਹਾਰਾਜ ਜੀ ਨੇ ਇਹ ਸਾਹੇ ਜਿਹੜੇ ਸੁਧਾਉਣੇ ਆ, ਮਹੂਰਤ ਕੱਢਣੇ ਆਦਿਕ, ਚੰਗੇ ਦਿਨ ਵੇਖਣੇ, ਇਹਨਾਂ ਤੋਂ ਸਾਨੂੰ ਵਰਜਿਆ। ਬਾਕੀ ਰਹੀ ਗੱਲ ਸਤਿਗੁਰ ਜੀ ਦੇ ਸਹੁਰਾ ਜੀ ਦੀ, ਵੀ ਉਹ ਮਹਾਰਾਜ ਦਾ ਕੋਈ ਸਿੱਖ ਨਹੀਂ ਸੀ, ਹਜੇ ਤੇ ਗੁਰੂ ਜੀ ਨਾਲ ਭੇਟ ਵੀ ਨਹੀਂ ਹੋਈ, ਮੇਲ ਵੀ ਨਹੀਂ ਹੋਇਆ। ਉਹ ਤੇ ਸਹੁਰਾ ਜੀ ਸਨ ਤੇ ਉਹਨਾਂ ਨੇ ਇਹ ਸੁਧਾਇਆ, ਬ੍ਰਾਹਮਣ ਨੂੰ ਸੱਦ ਕੇ ਮਹੂਰਤ ਕਢਾਇਆ ਵੀ ਕਿਹੜਾ ਦਿਨ ਚੰਗਾ ਹੈ ਜਦੋਂ ਆ ਚਿੱਠੀ ਭੇਜੀਏ ਤੇ ਉਹ ਬਰਾਤ ਆਵੇ। ਪਰ ਮਹਾਰਾਜ ਜੀ ਨਾਲ ਤੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹਜੇ ਹੋਇਆ, ਨਾ ਕੋਈ ਮਿਲਾਪ ਹੋਇਆ ਹੈ। ਆਪਣੇ ਵੱਲੋਂ ਉਹਨਾਂ ਨੇ ਪੂਰੀ ਰੀਤੀ ਕੀਤੀ ਜਿਹੜੀ ਉਸ ਸਮੇਂ ਚੱਲਦੀ ਸੀ ਸਨਾਤਨ ਮਤ ਦੀ। ਤੇ ਸੱਚੇ ਪਾਤਸ਼ਾਹ ਜੀ ਨੇ ਤੇ ਸਾਨੂੰ ਫਿਰ ਗੁਰਬਾਣੀ ਦੇ ਰਾਹੀਂ ਪ੍ਰਮਾਣ ਦੇ ਕੇ ਸਮਝਾਇਆ ਹੈ। ਰਾਮਕਲੀ ਰਾਗ ਦੇ ਵਿੱਚ ਸਾਹਾ ਗਣੇ ਨਾ ਕਰਹਿ ਵਿਚਾਰ, ਸਾਹੇ ਉੱਪਰ ਏਕੰਕਾਰ, ਕਿ ਭਾਈ ਇਹ ਜਿਹੜਾ ਸਾਹਾ ਹੈ ਮਹੂਰਤ ਕੱਢਣਾ, ਸਾਹਾ ਕਿਹੜਾ ਹੁੰਦਾ? ਜਿਹੜੀ ਚਿੱਠੀ ਲਿਖੀ ਜਾਂਦੀ ਹੈ ਪਹਿਲਾਂ ਵਿਆਹ ਤੋਂ ਕੋਈ ਦਿਨ ਪਹਿਲਾਂ ਕਿ ਚਿੱਠੀ ਆਉਂਦੀ ਸਾਹੇ ਦੀ, ਇੰਨੀ ਬਰਾਤ ਇੰਨੀ ਤਰੀਕ ਨੂੰ ਇੰਨੇ ਜਾਣੇ ਆ ਜਾਣ, ਇਵੇਂ ਸਭ ਤਿਆਰੀ ਹੋਵੇਗੀ ਅੱਗੇ, ਉਹ ਲਿਖੀ ਜਾਂਦੀ ਹੈ ਜਿਹੜੀ। ਮਹਾਰਾਜ ਕਹਿੰਦੇ ਸਾਹੇ ਦੀ ਵਿਚਾਰ ਨਹੀਂ ਕਰਨੀ ਹੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਸਾਨੂੰ ਸਿੱਖਿਆ ਦਿੱਤੀ ਹੈ ਕਿਉਂ ਨਹੀਂ ਕਰਨੀ ਚਾਹੀਦੀ ਵੀ ਸਾਹੇ ਉੱਪਰ ਏਕੰਕਾਰ। ਇਹ ਜਿਹੜੇ ਸਾਹੇ ਮਹੂਰਤ ਹੈ, ਦਿਨ ਹੈ, ਥਿੱਤਾਂ ਹੈ, ਵਾਰਾਂ ਹੈ, ਸਮੇਂ ਹੈ, ਇਹਨਾਂ ਸਾਰਿਆਂ ਦੇ ਉੱਪਰ ਉਹ ਪਰਮੇਸ਼ਰ ਹੈ। ਉਹਦੀਆਂ ਬਣਾਈਆਂ ਥਿੱਤਾਂ ਹੈ, ਉਹਦੇ ਬਣਾਏ ਵਾਰ ਹੈ,
ਫਿਰ ਸਾਹਾ ਕੀ ਕਢਾਉਣਾ ਹੈ, ਦਿਨ ਕੀ ਕਢਾਉਣਾ ਵੀ ਕਿਹੜਾ ਦਿਨ ਚੰਗਾ, ਦਿਨ ਮਾੜਾ ਹੈ ਕਿਹੜਾ ਹੈ। ਦਿਨ ਤੇ ਕੋਈ ਨਹੀਂ ਮਾੜਾ ਹੈ। ਬਾਕੀ ਆ ਜਿਹੜੇ ਅੱਜ ਵੀ ਜਿਹੜੇ ਕੋਈ ਬ੍ਰਾਹਮਣ ਆਦਿਕ ਛਤਰੀ ਆਦਿਕ ਉਹ ਸਾਹਾ ਲਿਖ ਕਢਾਉਂਦੇ ਆ ਜੋਤਸ਼ੀਆਂ ਕੋ ਜਾਣ ਕੇ, ਟੇਵੇ ਵਾਲਿਆਂ ਕੋ, ਸ਼ਹਿਰਾਂ ਵਿੱਚ ਜਾ ਕੇ ਵੀ ਕਿਹੜਾ ਦਿਨ ਚੰਗਾ, ਜਿਸ ਦਿਨ ਬਰਾਤ ਸਾਡੇ ਘਰ ਆਵੇ, ਮੁੰਡੇ ਦਾ ਕਿਸ ਦਿਨ ਵਿਆਹ ਕਰਨਾ ਯੋਗ ਹੈ। ਮੁੰਡੇ ਵਾਲੇ ਵੀ ਅਤੇ ਕੁੜੀ ਵਾਲੇ ਵੀ ਕਰਦੇ ਹਨ। ਬੜੇ ਉਹ ਮਹੂਰਤ ਕਢਾਉਂਦੇ ਵੀ ਮੁੰਡਾ ਕਿਤੇ ਮੰਗਲੀਕ ਤੇ ਨਹੀਂ ਹੈ, ਕੁੜੀ ਮੰਗਲੀਕ ਤੇ ਨਹੀਂ ਹੈ, ਵੀ ਜੇ ਮੰਗਲੀਕ ਹੈ ਕਿੰਨੇ ਸਮੇਂ ਤੱਕ ਮੰਗਲੀਕ ਹੈ। ਉਹ ਅਗਲਾ ਦੱਸ ਦਿੰਦਾ ਵੀ 28 ਸਾਲ ਤੱਕ ਮੰਗਲੀਕ ਹੈ, ਉਨੇ ਦਿਨ ਤੱਕ ਤੁਸੀਂ ਵਿਆਹ ਸ਼ਾਦੀ ਨਹੀਂ ਕਰਨਾ, ਕਰੋਗੇ ਤਾਂ ਲੜਕੀ ਮਰ ਸਕਦੀ ਹੈ ਜਾਂ ਮੁੰਡਾ ਮਰ ਸਕਦਾ ਹੈ। ਫਿਰ ਲੋਕ ਉਲਝਣਾਂ 'ਚ ਪੈ ਜਾਂਦੇ ਹੈ। ਹਾਂ ਇੱਕ ਹੱਲ ਹੈ ਵੀ 7,000 ਰੁਪਈਆ ਲੱਗੇਗਾ ਅਤੇ ਉਹ ਤੁਸੀਂ ਪਾ ਕਰਾ ਲਓ ਅਤੇ ਹੱਲ ਹੋ ਜਾਊਗਾ। ਫਿਰ 7,000 ਲੋਕ ਦੇ ਕੇ ਪਾ ਕਰਾਉਂਦੇ ਆਪਣਾ ਉਹ ਬ੍ਰਾਹਮਣ ਕੋਂ, ਜੋਤਸ਼ੀ ਕੋਂ। ਅਤੇ ਫਿਰ ਤੁਸੀਂ ਦੱਸੋ ਵੀ ਉਹ ਜਿਹੜੇ ਵਿਆਹ ਹੋ ਜਾਂਦੇ ਕਿ ਉਹਨਾਂ ਨੂੰ ਬੁਖਾਰ ਨਹੀਂ ਚੜ੍ਹਦਾ ਹੈ, ਕਿ ਉਹ ਘਰ ਵਿੱਚ ਲੜਾਈ ਪੈਂਦੀ ਕਿ ਨਹੀਂ ਪੈਂਦੀ ਹੈ। ਉਹ ਇਕੱਠੀ ਗੰਢ ਤੇ ਨਹੀਂ ਵੱਜਦੀ ਵੀ ਹੁਣ ਇਹ ਇਕੱਠੇ ਮਰਨਗੇ, ਅੱਗੇ ਪਿੱਛੇ ਮਰਦੇ ਹੈ। ਮਹਾਰਾਜ ਕਹਿੰਦੇ ਸਾਹੇ ਉੱਪਰ ਏਕੰਕਾਰ, ਵੀ ਉਹ ਜਿਹੜੇ ਮਹੂਰਤ ਹੈ, ਦਿਨ ਹੈ, ਉਹਦੇ ਉੱਪਰ ਪਰਮੇਸ਼ਰ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਸੁੱਖ ਤੇ ਆਉਣਾ ਹੀ ਆਉਣਾ ਹੈ। ਜਿਵੇਂ ਦਿਨ ਚੜ੍ਹਿਆ ਤੇ ਰਾਤ ਆਉਣੀ ਹੈ, ਰਾਤ ਪਈ ਹੈ, ਦਿਨ ਆਉਣਾ ਹੀ ਆਉਣਾ ਹੈ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਣਾ ਹੀ ਹੈ, ਦੁੱਖ ਦਲਿੱਦਰ ਬੁਖਾਰ ਆਉਣਾ ਹੀ ਹੈ। ਇਹਦੇ ਨੇ ਕਿ ਸਾਹਾ ਕਢਾ ਲਿਆ ਹੈ, ਮਹੂਰਤ ਕਢਾ ਲਿਆ ਅਤੇ ਹੁਣ ਸਾਰੀ ਉਮਰ ਬੁਖਾਰ ਹੀ ਨਹੀਂ ਚੜ੍ਹਨਾ ਹੈ, ਸਾਰੀ ਉਮਰ ਲੜਾਈ ਨਹੀਂ ਪੈਣੀ ਹੈ ਆਪੋ ਵਿੱਚ। ਕਈ ਤਾਂ ਸਾਹਾ ਕਢਾਉਂਦੇ ਅਤੇ ਉਹ 2-4 ਮਹੀਨੇ ਨਹੀਂ ਲੰਘਦੇ ਤਲਾਕ ਹੋ ਜਾਂਦੇ, ਫਿਰ ਉੱਥੇ ਸਾਹਾ ਕੀ ਕਰੇ। ਇਹਨਾਂ ਗੱਲਾਂ ਦਾ ਸਾਨੂੰ ਸਤਿਗੁਰ ਜੀ ਨੇ ਵਰਜਿਆ ਹੈ। ਬਾਕੀ ਕੁਝ ਲੋਕ ਇੱਥੋਂ ਗੱਲ ਜੀ ਲੈ ਕੇ ਵੀ ਵੇਖੋ ਮਹਾਰਾਜ ਜੀ ਦੇ ਸਹੁਰਾ ਜੀ ਸਨ, ਉਹਨਾਂ ਨੇ ਆ ਜੋਤਿਸ਼ ਲਵਾਇਆ, ਮਹੂਰਤ ਕੱਢਿਆ, ਅਤੇ ਤੁਸੀਂ ਕਿਉਂ ਨਹੀਂ ਕਢਾਉਂਦੇ ਜੇ ਗੁਰੂ ਜੀ ਦੇ ਸਹੁਰਾ ਜੀ ਕਢਾ ਸਕਦੇ ਹੈ। ਪਰ ਜੋ ਸਹੁਰਾ ਮੂਲ ਚੰਦ ਜੀ, ਉਹ ਗੁਰੂ ਜੀ ਦੇ ਕੋਈ ਸਿੱਖ ਹਜੇ ਹੋਏ ਨਹੀਂ ਸਨ, ਨਾ ਗੁਰੂ ਜੀ ਨਾਲ ਕੋਈ ਭੇਟ ਹੋਈ, ਉਹਨਾਂ ਨੇ ਤਾਂ ਆਪਣੇ ਵੱਲੋਂ ਸਾਹਾ ਕਢਾਇਆ ਹੈ। ਮਹਾਰਾਜ ਜੀ ਨੇ ਇਸ ਵੱਲ ਕੋਈ ਸਾਨੂੰ ਜ਼ੋਰ ਨਹੀਂ ਦਿੱਤਾ ਹੈ, ਇਹ ਤੋਂ ਸਾਨੂੰ ਰੋਕਿਆ ਹੈ, ਵਰਜਿਆ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਉਹ ਕਬਿੱਤ ਉਚਾਰਨ ਕੀਤਾ ਹੈ 448 ਅੰਗ 'ਤੇ, 448ਵਾਂ ਕਬਿੱਤ ਹੈ ਉਹ। ਅਤੇ ਉੱਥੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਵੀ ਗੁਰੂ ਕੇ ਸਿੱਖ ਜਿਹੜੇ ਹੈ ਉਹ ਕੋਈ ਥਿੱਤ ਵਾਰ ਗ੍ਰਹਿ ਨਛੱਤਰ ਦੀ ਵਿਚਾਰ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਮਿਲਾਪ ਐਸਾ ਹੈ। 448ਵਾਂ ਕਬਿੱਤ ਹੈ, ਪੜ੍ਹ ਕੇ ਵੇਖ ਲਿਓ ਤੁਸੀਂ। ਭਾਈ ਗੁਰਦਾਸ ਜੀ ਲਿਖਦੇ, ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ। ਗੁਰੂ ਕੇ ਸਿੱਖ ਦਾ ਅਤੇ ਸੰਗਤ ਦਾ ਗੁਰੂ ਨਾਲ ਐਸਾ ਮਿਲਾਪ ਹੈ, ਐਸੇ ਮਿਲਾਪ ਦਾ ਤੇਜ ਪ੍ਰਤਾਪ ਹੈ। ਪਤ ਬ੍ਰਤ ਏਕ ਟਿਕ ਦੁਬਦਾ ਨਵਾਰੀ ਹੈ। ਜਿਵੇਂ ਪਤੀ ਵਰਤਾ ਇਸਤਰੀ ਜਿਹੜੀ ਆਪਣੇ ਪਤੀ ਤੋਂ ਬਿਨਾਂ ਦੂਸਰੇ ਸਾਰੇ ਪੁਰਸ਼ਾਂ ਨੂੰ ਜਨਾਨੀਆਂ ਕਰਕੇ ਦੇਖਦੀ ਹੈ, ਉਹਨੂੰ ਇੱਕ ਆਪਣੇ ਪਤੀ 'ਤੇ ਹੀ ਆਸਰਾ ਟੇਕ ਹੈ। ਬਾਕੀਆਂ ਦੀ ਉਹਨੇ ਦੁਬਦਾ ਸਭ ਦੀ ਦੂਰ ਕਰ ਦਿੱਤੀ ਹੈ। ਬਾਕੀ ਉਹਨੂੰ ਪੁਰਸ਼ ਨਹੀਂ ਦਿਸਦੇ ਹੈ, ਉਹ ਤਾਂ ਬਹੁਤ ਕੋਈ ਸੀਲ ਸੰਜਮੀ ਇੱਕ ਹੈ ਕੋਈ ਮਾਈ, ਪਤੀ ਵਰਤਾ ਧਰਮ ਵਾਲੀ। ਜਿਵੇਂ ਉਹਨੇ ਦੁਬਦਾ ਨਿਵਾਰੀ ਹੈ। ਪੂਛਤ ਨਾ ਜੋਤ ਕਉ ਵੇਦ ਥਿਤ ਬਾਰ ਕਛ। ਗੁਰੂ ਕੇ ਸਿੱਖ ਐਸੇ ਪ੍ਰੇਮੀ ਹੈ, ਉਹ ਜੋਤਸ਼ੀ ਨੂੰ ਕੁਝ ਨਹੀਂ ਪੁੱਛਦੇ ਹੈ। ਉਹ ਕਿਸੇ ਵੇਦ ਵਿੱਚ ਜਿਵੇਂ ਦੱਸਿਆ ਵਿਧੀ ਵਿਧਾਨ ਵੀ ਕਿਹੜੀ ਥਿਤ ਚੰਗੀ, ਕਿਹੜਾ ਵਾਰ ਚੰਗਾ, ਉਦੋਂ ਸਾਹਾ ਕਰਨਾ ਚਾਹੀਦਾ, ਉਦੋਂ ਇਹ ਜਿਹੜਾ ਹੈ ਜਨਮ ਪੱਤਰੀ ਖਿਲਵਾਉਣੀ ਚਾਹੀਦੀ, ਉਹਦਾ ਕੁਝ ਵਿਚਾਰ ਨਹੀਂ ਕਰਦੇ। ਗ੍ਰਹਿ ਔ ਨਖੱਤਰ ਕੀ ਸ਼ੰਕਾ ਔਰ ਧਾਰੀ ਹੈ। ਗ੍ਰਹਿ ਔ ਨਖੱਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਜਿਹੜੇ ਗ੍ਰਹਿ ਹਨ ਕਿ ਕਿੱਥੇ ਹੈ, ਉਸ ਸਮੇਂ ਗ੍ਰਹਿ ਕਿਹੜਾ ਹੈ, ਜਦੋਂ ਵਿਆਹ ਕਰਨਾ ਹੈ,
ਕਿਤੇ ਰਾਹੂ ਕੇਤੂ ਤੇ ਨਹੀਂ ਭਾਰੂ ਹੈ, ਕਿਤੇ ਸ਼ਨੀ ਮੰਗਲ ਤੇ ਨਹੀਂ ਭਾਰੂ ਹੈ, ਇਹਦੀ ਨਹੀਂ ਵਿਚਾਰ ਕਰਦੇ। ਨਛੱਤਰ ਜਿਹੜੇ 27 ਨਛੱਤਰ ਵੀ ਕਿਹੜਾ ਨਛੱਤਰ ਹੈ, ਇਹਨਾਂ ਦੀ ਸ਼ੰਕਾ ਉਹਨਾਂ ਹਿਰਦੇ 'ਚ ਨਹੀਂ ਧਾਰੀ ਹੈ। ਜਾਣਤ ਨਾ ਸਗਨ ਲਗਨ ਆਨ ਦੇਵ ਸੇਵ, ਨਾ ਉਹ ਸਗਨ ਨੂੰ ਜਾਣਦੇ ਵੀ ਜੰਝ ਕਦੋਂ ਤੁਰੇ ਜਾਂ ਜੰਝ ਤੁਰ ਪਈ ਹੈ। ਆ ਕੋਈ ਖੋਤਾ ਅੱਗੇ ਹਿਣਕ ਤੇ ਨਹੀਂ ਪਿਆ ਹੈ, ਕੋਈ ਬਿੱਲੀ ਤੇ ਨਹੀਂ ਅੱਗੋਂ ਲੰਘ ਗਈ ਹੈ, ਕਾਂ ਤੇ ਨਹੀਂ ਰੌਲੀ ਪਾ ਰਹੇ ਹਨ, ਇਹੋ ਜਿਹਾ ਸਗਨ ਨਹੀਂ ਜਾਣਦੇ। ਤੇਲ ਤੂਲ ਚੋਣਾਂ ਦੇ ਚੱਕਰ ਵਿੱਚ ਨਹੀਂ ਪੈਂਦੇ ਹੈ। ਲਗਨ ਆਣ ਦੇਵ ਸੇਵ, ਆ ਜਿਹੜੇ ਲਗਨ ਹੁੰਦੇ ਆ ਜਦੋਂ ਜੋਤਿਸ਼ ਲਾ ਕੇ ਜਨਮ ਪੱਤਰੀ ਖਲਵਾਈ ਜਾਂਦੀ ਹੈ ਵੀ ਇਹ ਉਦੋਂ ਲਗਨ ਕਿੱਥੇ ਸੀ, ਕਿਹੜਾ ਲਗਨ ਕਿਹੜੇ ਇਲਾਕੇ ਵਿੱਚ ਸੀ, ਕਿਹੜੀ ਦਿਸ਼ਾ ਵੱਲ ਸੀ। ਨਾ ਉਹ ਦੇਵਤੇ ਗਣੇਸ਼ ਆਦਿਕ ਨੂੰ ਹੀ ਪੂਜਦੇ, ਸੇਵਾ ਕਰਦੇ, ਗੁਰੂ ਕੇ ਸਿੱਖ ਮਨਾਉਂਦੇ। ਸ਼ਬਦ ਸੁਰਤ ਲਿਵ ਲਿਹੋ ਨਿਰੰਕਾਰੀ ਹੈ, ਸ਼ਬਦ ਸੁਰਤ ਲਿਵ ਨਿਹੋ ਨਿਰੰਕਾਰੀ ਹੈ। ਉਹਨਾਂ ਦਾ ਨਿਰੰਕਾਰ ਪਰਮੇਸ਼ਰ ਨਾਲ ਪ੍ਰੇਮ ਹੈ। ਗੁਰੂ ਦੇ ਸ਼ਬਦ ਵਿੱਚ ਉਹਨਾਂ ਦੇ ਸੁਰਤ ਦੀ ਲਿਵ ਹੈ ਲੱਗੀ ਹੋਈ। ਸਿੱਖ ਸੰਤ ਬਾਲਕ ਸ੍ਰੀ ਗੁਰ ਪ੍ਰਤਪਾਲਕ ਹੋਏ। ਗੁਰੂ ਕੇ ਸਿੱਖ ਤੇ ਸੰਤ ਉਹ ਭਲਾ ਕਿਵੇਂ ਹੈ, ਉਹ ਤੇ ਬਾਲਕ ਹਨ ਬੱਚੇ, ਤੇ ਗੁਰੂ ਮਹਾਰਾਜ ਮਾਂ ਪਿਓ ਸਮਾਨ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ, ਤੇ ਪ੍ਰਤਪਾਲਣਾ ਕਰਦੇ ਆਪਣੇ ਸਿੱਖਾਂ ਦੀਆਂ ਤੇ ਸੰਤਾਂ ਦੀਆਂ। ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਉਹ ਐਸੇ ਮਹਾਂਪੁਰਸ਼ ਜੀਵਨ ਮੁਕਤ ਦੀ ਅਵਸਥਾ ਵਾਲੇ ਧਨ ਹਨ ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਹੈ, ਇਹਨਾਂ ਵਿਚਾਰਾਂ ਵਿੱਚ ਨਹੀਂ ਪੈਂਦੇ ਹੈ। ਇਵੇਂ ਸਾਧ ਸੰਗਤ ਜੀ ਜਿਹੜੇ ਇੱਥੇ ਕੋਈ ਬਚਨ ਆਏ ਹੈ ਕਿ ਰਾਸ ਪੈ ਸਾਹਾ ਸੁਧਾਇਕ ਹੈ ਸੁਧ, ਚੰਗਾ ਜਿਹੜਾ ਵੀ ਰਾਸ ਕਿਹੜੀ ਹੈ, ਸੁਧ ਕਿਹੜੀ ਥਿਤ ਹੈ, ਕਿਹੜਾ ਵਾਰ ਹੈ, ਉਹ ਮੂਲ ਚੰਦ ਜੀ ਨੇ ਸੁਧਾਇਆ ਹੈ। ਪਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖੀ ਦਾ ਪ੍ਰਚਾਰ ਕੀਤਾ, ਸਾਨੂੰ ਇਹਨਾਂ ਗੱਲਾਂ ਤੋਂ ਵਰਜਿਆ ਤੇ ਸਾਹਾ ਗੜੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓਂਕਾਰੇ ਸ਼ਬਦ ਉਚਾਰਨ ਕੀਤਾ। ਭਾਵੇਂ ਕਿ ਗੁਰੂ ਜੀ ਦੀ ਸਿੱਖਿਆ ਅੱਜ ਵੀ ਹੋਈ ਹੈ, ਪਰ ਜਿਹੜੇ ਲੋਕ ਹਨ ਜਿਨ੍ਹਾਂ ਨੇ ਗਾਤਰੇ ਪਾਏ ਹੋਏ ਹੈ, ਅੱਜ ਵੀ ਉਹ ਕੁੰਡਲੀਆਂ ਖਲਵਾਉਂਦੇ ਹੈ, ਹੱਥ ਦਿਖਾਉਂਦੇ ਹੈ ਕਿ ਸਾਨੂੰ ਕੋਈ ਸੰਕਟ ਤਾਂ ਨਹੀਂ ਪੈਣ ਵਾਲਾ ਹੈ। ਫਿਰ ਉਹ ਜੋਤਸ਼ੀ ਦੱਸਦਾ ਹੈ ਵੀ ਸ਼ਨੀ ਤੇਰੇ 'ਤੇ ਬਹੁਤ ਭਾਰੂ ਹੈ, ਤੂੰ ਪਾ ਕਰਾ 4000 ਰੁਪਏ ਦਾ। ਫਿਰ ਲੋਕ ਕਰਾਉਂਦੇ ਹੈ, ਫਿਰ ਤਵੀਤ ਗਲ ਵਿੱਚ ਪਾਉਂਦੇ ਹਨ। ਪਰ ਇਹ ਨਹੀਂ ਸਮਝ ਆਉਂਦੀ ਵੀ ਜਿਸ ਜੋਤਸ਼ੀ ਨੇ ਦੁਕਾਨ ਪਾਈ ਹੈ, ਉਹ ਜੋਤਸ਼ੀ ਇਹ ਟੇਵਾ ਆਪਣਾ ਹੱਥ ਵੇਖ ਕੇ ਕਿਉਂ ਨਹੀਂ ਲਾਉਂਦਾ ਕਿ ਉਹਨੂੰ ਪੈਸਾ ਕਿੱਥੋਂ ਜ਼ਿਆਦਾ ਵੱਜਣਾ ਉੱਥੇ ਹੀ ਜਾਵੇ। ਉਹ ਕਿਉਂ ਤੁਹਾਡੇ ਕੋਲ 2-2 ਹਜ਼ਾਰ ਰੁਪਇਆ ਗਰਾ ਰਿਹਾ ਹੈ। ਅਸਲ ਵਿੱਚ ਉਹਨੂੰ ਵੀ ਕੁਝ ਨਹੀਂ ਪਤਾ ਹੈ। ਭਰਮ ਵਿੱਚ ਅਸੀਂ ਫਸੇ, ਅਸੀਂ ਬੜਾ ਕੁਝ ਕਰ ਲੈਂਦੇ ਹਾਂ। ਜਿਹੜੇ ਗੁਰੂ ਕੇ ਸਿੱਖ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿੰਦੇ ਹੈ। ਸਤਿਗੁਰੂ ਜੀ ਦੇ ਸਹੁਰਾ ਜੀ ਨੇ ਮਹੂਰਤ ਸੁਧਾਇਆ ਹੈ। ਲਿਖੀ ਪਤੀਆ ਤਤਕਾਲ ਬਿਠਾਈ, ਲਿਖੀ ਪਤੀਆ ਉਹ ਚਿੱਠੀ ਲਿਖੀ ਹੈ, ਸਾਹਾ ਸੁਧਾ ਕੇ ਦਿਨ ਸੁਧਾ ਕੇ ਬੜੀ ਛੇਤੀ ਭੇਜੀ ਹੈ। ਮਾਸ ਅਸਾੜ ਸੁਦੀ ਸਪਤੈ, ਉਹ ਚਿੱਠੀ ਵਿੱਚ ਲਿਖਿਆ ਕਿ ਹਾੜ ਦਾ ਮਹੀਨਾ, ਚੰਦਰਮਾ ਦਾ ਚਾਨਣੇ ਪੱਖ, ਸ਼ੁਕਲ ਪੱਖ, ਸੁਦੀ ਪੱਖ ਤੇ ਸਬਤ 7ਵੀਂ ਥਿਤ ਹੈ। ਸੁਲਤਾਨਪੁਰੇ ਨਰਕੀਨੀ ਹੈ ਧਾਈ, ਚਿੱਠੀ ਵਿੱਚ ਹਾੜ ਦਾ ਮਹੀਨਾ ਲਿਖ ਕੇ 7ਵੀਂ ਥਿਤ ਲਿਖ ਕੇ ਚਾਨਣੇ ਪੱਖ ਦਾ ਦੱਸ ਕੇ ਤੇ ਕਿਆ ਲਿਖਿਆ ਹੈ ਵੀ ਇਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਜਿਹੜੀ ਹੈ ਪੱਖੋਂ ਕੇ ਰੰਧਾਵਾ ਮੇਰੇ ਪਿੰਡ ਢੁਕੇ, ਮੇਰੀ ਬੱਚੀ ਦੀ ਸ਼ਾਦੀ ਉਦੋਂ ਹੋਵੇ, ਜੰਝ ਜਿਹੜੀ ਹੈ ਬਰਾਤ ਚੜ੍ਹ ਕੇ ਆਵੇ ਚੰਗੀ ਚੜ੍ਹਤ ਨਾਲ। ਉਹ ਸਾਰਾ ਚਿੱਠੀ ਵਿੱਚ ਲਿਖ ਦਿੱਤਾ, ਜਿਵੇਂ ਅੱਜ ਕੱਲ੍ਹ ਵੀ ਉਹ ਸਾਹੇ ਦੀ ਚਿੱਠੀ ਲਿਖ ਕੇ ਭੇਜੀ ਜਾਂਦੀ ਹੈ। ਪਹਿਲਾਂ ਦੇ ਕੁਝ ਦਿਨ ਪਹਿਲਾਂ ਭੇਜੀ ਜਾਂਦੀ ਸੀ, ਹੁਣ ਲੋਕ ਸ਼ਗਨ ਦੇ ਨਾਲ ਹੀ ਉੱਥੇ ਹੀ ਉਹ ਪੜ੍ਹ ਪੁੜ ਲੈਂਦੇ ਹਨ। ਸੁਲਤਾਨਪੁਰ ਉਹ ਬ੍ਰਾਹਮਣ ਦੇ ਹੱਥ ਵਿੱਚ ਦੇ ਕੇ ਤੇ ਦਿੱਤੀ ਹੈ ਵੀ ਤੂੰ ਜਾ ਕੇ ਸੁਲਤਾਨਪੁਰੇ ਚਿੱਠੀ ਸਾਹੇ ਦੀ ਦੇ ਦਿੱਤੇ, ਉਹਨੇ ਜਾਣਾ ਕੀਤਾ ਹੈ। ਆਨ ਕੈ ਨਾਨਕੀ ਭੌਨ ਦਈ, ਉਸ ਬ੍ਰਾਹਮਣ ਨੇ ਆਣ ਕੇ ਭੈਣ ਨਾਨਕੀ ਜੀ ਦੇ ਘਰ ਵਿੱਚ ਉਹ ਚਿੱਠੀ ਦਿੱਤੀ ਹੈ। ਸੁਨ ਕੇ ਮਨ ਮਾਹੇ
ਖਰੀ ਸੁਖ ਬਾਰੀ। ਭੈਣ ਨਾਨਕੀ ਜੀ ਨੇ ਜਦੋਂ ਸੁਣਿਆ ਹੈ ਵੀ ਸਤਿਗੁਰ ਜੀ ਦੇ ਸਾਹੇ ਦੀ ਚਿੱਠੀ ਆ ਗਈ ਹੈ, ਮਨ ਦੇ ਵਿੱਚ ਬੜੇ ਖੁਸ਼ ਹੋਏ ਹੈ। ਮਾਨੋ ਸੁੱਖਾਂ ਦੀ ਵਾੜੀ ਜਿਹੜੀ ਖਿੜ ਗਈ ਹੈ ਨਵੀਂ। ਭਰਾਤਾ ਕੋ ਪਾਨ ਗ੍ਰਹਣ ਹੋਵੇ। ਵਿਚਾਰਨ ਲੱਗੇ ਭੈਣ ਨਾਨਕੀ ਜੀ ਕੇ ਭਰਾ ਗੁਰੂ ਨਾਨਕ ਸਾਹਿਬ ਜੀ ਦਾ ਹੁਣ ਵਿਆਹ ਹੋ ਜਾਵੇਗਾ। ਅਰ ਬਾਸੁਰ ਆਜ ਕੀ ਮੈਂ ਬਲਹਾਰੀ। ਅੱਜ ਦੇ ਦਿਨ ਜਦੋਂ ਇਹ ਚਿੱਠੀ ਸਾਹੇ ਦੀ ਇਹ ਜਿਹੜਾ ਬ੍ਰਾਹਮਣ ਲੈ ਕੇ ਆਇਆ ਹੈ, ਮੈਂ ਵੀ ਇਸ ਦਿਨ ਤੋਂ ਬਲਹਾਰ ਕੁਰਬਾਨ ਜਾਵਾਂ। ਪਾਤੀ ਲੈ ਹਾਥ ਗਿਰਾਮ ਤਬੈ। ਤਦੋਂ ਭਾਈਆ ਜੈ ਰਾਮ ਜੀ ਕੋਲ ਖੜੇ ਸਨ, ਚਿੱਠੀ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਬਿਜਲੀ ਨੂੰ ਬੁਲਾਈ ਕੈ ਪਾਠ ਉਚਾਰੀ। ਬ੍ਰਾਹਮਣ ਉਂਝ ਤੇ ਇਹਨਾਂ ਦਾ ਨਿੱਦਾ ਹੀ ਬ੍ਰਾਹਮਣ ਸੀ, ਤੇ ਬ੍ਰਾਹਮਣ ਨੂੰ ਬੁਲਾ ਲਿਆ ਹੈ ਵੀ ਆ ਚਿੱਠੀ ਪੜ੍ਹੋ। ਬ੍ਰਾਹਮਣ ਨੇ ਉਹ ਚਿੱਠੀ ਉਚਾਰੀ ਹੈ, ਪੜ੍ਹੀ ਹੈ। ਸ਼੍ਰੋਨਨ ਮੈਂ ਸੁਨ ਆਸ ਅਸਾੜ ਕੀ। ਸ਼੍ਰੋਨਨ ਮੈਂ ਸੁਨ ਮਾਸ ਅਸਾੜ ਕੀ। ਜਦੋਂ ਕੰਨਾਂ ਵਿੱਚ ਇਹ ਸੁਣਿਆ ਹੈ ਕਿ ਚਿੱਠੀ ਦੇ ਵਿੱਚ ਆ ਮਹੀਨਾ ਲਿਖਿਆ ਅਸਾੜ ਦਾ, ਹਾੜ ਦਾ ਮਹੀਨਾ ਲਿਖਿਆ ਹੈ ਤੇ 7ਵੀਂ ਥਿੱਤ ਹੈ। ਕੀਨੀ ਤਿਆਰੀ ਸਬੈ ਅਗਵਾਰੀ। ਅੱਗੋਂ ਹੀ ਸਾਰੀ ਜਿਹੜੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੀਨ ਬੜੋ ਉਤਸਾਹ ਭਲੋ। ਬਹੁਤ ਵੱਡਾ ਉਤਸ਼ਾਹ ਕੀਤਾ ਹੈ ਤਗੜਾ। ਚੱਲ ਨਾਗਰੀ ਆਵਤ ਲੋਚਨ ਚਾਰੀ। ਸੋਹਣੇ ਸੋਹਣੇ ਨੇਤਰਾਂ ਵਾਲੀਆਂ ਜਿਹੜੀਆਂ ਨਗਰ ਦੀਆਂ ਮਾਈਆਂ ਬੜੀਆਂ ਸਿਆਣੀਆਂ ਉਹ ਆ ਰਹੀਆਂ ਹਨ। ਭੂਖਨ ਅੰਬਰ ਓਡ ਪਟੰਬਰ। ਗਹਿਣੇ ਪਹਿਣੇ ਹੋਏ ਐ, ਵਸਤਰ ਚੰਗੇ ਚੰਗੇ ਪਹਿਣੇ ਹੋਏ ਐ, ਤੇ ਜਿਹੜੇ ਰੇਸ਼ਮ ਦੇ ਧਾਗੇ ਨਾਲ ਬਣੇ ਹੋਏ ਕੱਪੜੇ ਐ ਉਹ ਸਭ ਓਡ ਕੇ ਪਹਿਨ ਕੇ। ਸੁੰਦਰ ਮੰਦਰ ਅੰਦਰ ਨਾਰੀ। ਜੋ ਭਾਈਆ ਜੈ ਰਾਮ ਜੀ ਦਾ ਸੁੰਦਰ ਘਰ ਹੈ, ਉਸ ਮਕਾਨ ਦੇ ਵਿੱਚ ਬਹੁਤ ਜਿਹੜੀਆਂ ਇਹ ਮਾਈਆਂ ਅੰਦਰ ਆ ਗਈਆਂ ਹਨ। ਆਸਨ ਡਾਰਤ ਤਾ ਸਤਕਾਰਤ। ਉਹਨਾਂ ਵਾਸਤੇ ਆਸਨ ਢਾ ਦਿੱਤੇ ਐ, ਚੰਗੇ ਚੰਗੇ ਪਲੰਗ ਵੀ ਬੈਠੋ ਇੱਥੇ, ਬੜਾ ਸਤਿਕਾਰ ਕਰ ਰਹੇ ਹਨ ਦੋਵੇਂ ਜੀ। ਧਾਰਤ ਨਾਨਕੀ ਆਨੰਦ ਭਾਰੀ। ਭੈਣ ਨਾਨਕੀ ਜੀ ਕੇ ਸਾਡੇ ਘਰ ਖੁਸ਼ੀ ਦਾ ਦਿਨ ਆਇਆ ਹੈ, ਬੜੀ ਭਾਰੀ ਖੁਸ਼ੀ ਨੂੰ ਧਾਰ ਰਹੀਆਂ ਹਨ। ਕੀਰਤਨ ਗਾਵਤ ਜੇ ਮਨ ਭਾਵਤ। ਭੈਣ ਨਾਨਕੀ ਜੀ ਬਹੁਤ ਭਾਰੀ ਆਨੰਦ ਦੇ ਨਾਲ ਖੁਸ਼ ਹਨ, ਧਾਰ ਰਹੇ ਹਨ। ਤੇ ਜਿਹੜੇ ਮਾਈਆਂ ਆਈਆਂ ਹਨ, ਜਿਹੜੇ ਮਨ ਨੂੰ ਚੰਗੇ ਲੱਗਣ ਵਾਲੇ ਸੋਹਣੇ ਗੀਤ ਹੈ ਖੁਸ਼ੀ ਦੇ, ਉਹ ਗਾ ਰਹੀਆਂ ਹਨ। ਜੀ ਹਰ ਖਾਵਤ ਹੈ ਮਿਲ ਸਾਰੀ। ਮਿਲ ਕੇ ਸਾਰੀਆਂ ਗਾ ਰਹੀਆਂ ਹੈ, ਆਪਣੇ ਜੀ ਨੂੰ ਖੁਸ਼ ਕਰਦੀਆਂ ਹਨ। ਕਬਿਤ ਨਿੱਤੇ ਕੋ ਬੁਲਾਏ ਕੈ ਜੈ ਰਾਮ ਇਉ ਅਲਾਏ ਬਚ। ਭਾਈਆ ਜੈ ਰਾਮ ਜੀ ਨੇ ਨਿੱਦੇ ਬ੍ਰਾਹਮਣ ਨੂੰ ਬੁਲਾ ਕੇ ਇਉਂ ਬਚਨ ਕਿਹਾ ਹੈ। ਕੀਜੀਏ ਤਿਆਰੀ ਤਲਵੰਡੀ ਦ੍ਰੁਤ ਜਾਨਕੀ। ਕਿ ਨਿੱਦਾ ਬ੍ਰਾਹਮਣ ਜੀ ਰਾਏ ਭੋਏ ਦੀ ਤਲਵੰਡੀ ਜੋ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਗਰ ਹੈ, ਉੱਥੇ ਜਾਣ ਦੀ ਬੜੀ ਛੇਤੀ ਤਿਆਰੀ ਕਰ ਲਈਏ। ਕਮਕ ਸੰਪਤੀਆ ਸਹਾਇ ਮਿਸ਼ਟਾਨ ਸੰਗ। ਕਿਉਂਕਿ ਜਿਹੜਾ ਕੇਸਰ ਹੈ, ਕੇਸਰ ਦੇ ਨਾਲ ਜਿਹੜੀ ਚਿੱਠੀ ਹੈ ਬੜੀ ਸੋਭਨੀਕ ਲਿਖੀ ਹੋਈ ਤੇ ਮਿੱਠੇ ਦੇ ਨਾਲ। ਧਾਮ ਹੂੰ ਤੇ ਕਾਢ ਆਨ ਦੀਨੀ ਪਾਨ ਨਾਨਕੀ। ਜਦੋਂ ਬ੍ਰਾਹਮਣ ਨੂੰ ਭਾਈਆ ਜੈ ਰਾਮ ਜੀ ਨੇ ਇਵੇਂ ਕਿਹਾ ਵੀ ਤਲਵੰਡੀ ਦੀ ਤਿਆਰੀ ਕਰ, ਭੈਣ ਨਾਨਕੀ ਜੀ ਨੇ ਬੜੀ ਛੇਤੀ ਜਾ ਕੇ ਘਰ ਵਿੱਚੋਂ ਹੱਥਾਂ ਵਿੱਚੋਂ ਚਿੱਠੀ ਕੱਢ ਲਿਆਂਦੀ ਹੈ ਘਰ ਵਿੱਚੋਂ, ਤੇ ਮਿੱਠੇ ਨਾਲ ਤੇ ਜੋ ਕੇਸਰ ਨਾਲ ਲਿਖੀ ਹੋਈ ਸੋਭਨੀਕ ਚਿੱਠੀ ਉਹ ਦੇ ਦਿੱਤੀ ਹੈ। ਚੱਲਿਓ ਤੇ ਜਿਤਾਏ ਸਭ ਮਾਰਗ ਬਿਹਾਈ ਕਰ। ਬ੍ਰਾਹਮਣ ਪੰਡਿਤ ਨਿੱਦਾ ਜੀ ਬੜੀ ਛੇਤੀ ਜਿਹੜਾ ਦੌੜ ਕਰਕੇ ਮਾਰਗ ਨੂੰ ਕੱਟ ਕਰਕੇ ਤੈਅ ਕਰਕੇ ਚਲਿਆ ਗਿਆ ਹੈ। ਕਾਲੂ ਘਰ ਜਾਏ ਸੁਧ ਦਈ ਹਰ ਖਾਨ ਕੀ। ਪਿਤਾ ਕਲਿਆਣ ਚੰਦ ਜੀ ਦੇ ਘਰ ਜਾ ਕੇ
ਖੁਸ਼ੀ ਦੇਣ ਵਾਲੀ ਖਬਰ ਦਿੱਤੀ ਹੈ। ਮਾਤ ਹਰ ਖਾਏ ਔਰ ਆਨੰਦ ਨਾ ਮਾਏ। ਮਾਤਾ ਜੀ ਨੇ ਜਦੋਂ ਸੁਣਿਆ ਵੀ ਸਤਿਗੁਰ ਜੀ ਦਾ ਸਾਹੇ ਦੀ ਚਿੱਠੀ ਆ ਗਈ ਹੈ, ਸ਼ਾਦੀ ਦੇ ਦਿਨ ਆ ਗਏ ਹੈ, ਮਾਤਾ ਤ੍ਰਿਪਤਾ ਜੀ ਹਿਰਦੇ ਵਿੱਚ ਬੜੇ ਖੁਸ਼ ਹੁੰਦੇ ਹੈ, ਆਨੰਦ ਹੁੰਦੇ ਹੈ, ਆਨੰਦ ਵਿੱਚ ਤੇ ਫੁੱਲੇ ਨਹੀਂ ਸਮਾਉਂਦੇ। ਸੁਭ ਸਗੁਨ ਮਨਾਏ ਭਨਾ ਕੌਣ ਮੇਰੇ ਮਨ ਕੀ। ਚੰਗੇ ਸਗਨ ਨੂੰ ਮਨਾ ਰਹੇ ਮਾਤਾ ਜੀ, ਤੇ ਐਵੇਂ ਕਹਿੰਦੇ ਵੀ ਮੇਰੇ ਵਰਗਾ ਕੌਣ ਹੈ। ਦੋਹਰਾ ਹਰਖ ਕਰਤ ਔਰ ਮਹਿ ਸਰਸ। ਇੱਥੇ ਹੰਕਾਰ ਨਾਲ ਹੀ ਮਾਤਾ ਜੀ ਨੇ ਕਿਹਾ ਕਿ ਮੇਰੇ ਵਰਗਾ ਕੌਣ ਹੈ। ਕਹਿਣ ਦਾ ਮਕਸਦ ਮਾਤਾ ਜੀ ਚੰਗਾ ਸਗਨ ਮਨਾ ਰਹੇ ਹੈ ਤੇ ਕਹਿੰਦੇ ਵੀ ਮੇਰੇ ਵਰਗਾ ਭਾਗਾਂ ਵਾਲਾ ਕੌਣ ਹੈ, ਜੋ ਅੱਜ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਦੇ ਸਮਾਂ ਵੇਖਣ ਨੂੰ ਮਿਲ ਰਿਹਾ ਹੈ। ਬੜੀ ਖੁਸ਼ੀਆਂ ਕਰ ਰਹੇ ਹਨ ਮਾਤਾ ਜੀ। ਕਾਲੂ ਬਹੁ ਸੁਖ ਪਾਏ। ਹਿਰਦੇ ਵਿੱਚ ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ ਬਹੁਤ ਖੁਸ਼ੀਆਂ ਕਰ ਰਹੇ ਹਨ ਤੇ ਸੁਖ ਪਾ ਰਹੇ ਹਨ ਬਹੁਤਾ। ਤੂਰਨ ਤਿਆਰੀ ਕੋ ਕਰਤਾ। ਬੜੇ ਛੇਤੀ ਜਿਹੜਾ ਤਿਆਰੀ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ। ਖਰਚਤ ਧਨ ਕਰ ਚਾਏ। ਚਿੱਤ ਵਿੱਚ ਧਨ ਨੂੰ ਖਰਚਣ ਦਾ ਚਾਅ ਕਰਕੇ। ਸੋਰਠਾ ਸ੍ਰੀ ਨਾਨਕ ਕੀ ਮਾਤ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਮਾਤਾ ਤ੍ਰਿਪਤਾ ਜੀ ਹਨ, ਕਰੀ ਰੀਤ ਜੇ ਵਿਆਹੇ ਕੀ। ਜਿਹੜੀ ਵਿਆਹ ਦੀ ਰੀਤੀ ਹੁੰਦੀ ਨਾ, ਜਿਵੇਂ ਵਿਆਹ ਦੀ ਰੀਤੀ ਕਰੀ ਦੀ, ਉਹ ਸਾਰੀ ਰੀਤੀ ਕੀਤੀ ਹੈ। ਮੰਗਲ ਸਦਨ ਸੁਹਾਤ। ਘਰ ਦੇ ਵਿੱਚ ਬੜੇ ਸੋਹਣੇ ਖੁਸ਼ੀਆਂ ਦੇ ਮੰਗਲ ਸੋਹਣੇ ਹੋ ਰਹੇ ਹਨ। ਤੋਰਨ ਦਰ ਪਰ ਰਾਜਹੀ। ਜਿਹੜੇ ਆ ਦਰਵਾਜ਼ੇ ਆ ਘਰ ਦੇ, ਉਹਦੇ ਉੱਪਰ ਬੰਧਨਵਾਰ ਜੇ ਬੰਨ ਦਿੱਤੇ, ਬੜੇ ਸਜ ਧਜ ਰਹੇ, ਸੁੰਦਰ ਲੱਗ ਰਹੇ ਹਨ, ਬਿਰਾਜ ਰਹੇ ਹਨ। ਉਹ ਬੰਧਨਵਾਰ ਧਾਗਿਆਂ ਦੇ ਵਿੱਚ ਪੱਤੇ ਜਿਹੇ ਪਰੋ ਕੇ ਸਾਰਿਆਂ ਦਰਵਾਜ਼ਿਆਂ ਨੂੰ ਬੰਨ੍ਹ ਦਿੱਤੇ ਹਨ। ਕਬਿਤ ਨਗਰ ਕਿਨਾਰ ਸਭ ਲੀਨੀ ਹੈ ਹਕਾਰ। ਫਿਰ ਮਾਤਾ ਜੀ ਨੇ ਦਾਸੀ ਨੂੰ ਭੇਜ ਕੇ ਰਾਏ ਭੋਏ ਦੀ ਤਲਵੰਡੀ ਨਗਰ ਦੀਆਂ ਸਾਰੀਆਂ ਇਸਤਰੀਆਂ ਮਾਈਆਂ ਨੂੰ ਬੁਲਾ ਲਿਆ ਹੈ। ਕੀਨੇ ਅੰਗਨ ਸੰਗਾਰ ਕੋ ਆਨੰਦ ਔਰ ਆਵਤੀ। ਉਹ ਮਾਈਆਂ ਨੇ ਆਪਣੇ ਸਰੀਰ ਨੂੰ ਐ ਸ਼ਿੰਗਾਰ ਕੇ ਸੋਹਣੇ ਵਸਤਰ, ਸੋਹਣੇ ਗਹਿਣੇ ਪਾ ਕੇ ਆ ਰਹੀਆਂ ਹਨ। ਹਿਰਦੇ ਵਿੱਚ ਬੜੀ ਖੁਸ਼ੀ ਆਨੰਦ ਹੈ ਤੇ ਟੋਲਿਆਂ ਦੇ ਟੋਲੇ ਬਣ ਬਣ ਕੇ ਆ ਰਹੇ ਹਨ। ਬੇਦਨ ਬਦੂਟੀ ਸ਼ਬ ਸਬਨ ਕੀ ਲੂਟੀ ਮਨਾ। ਇੱਧਰ ਜੋ ਬੇਦੀ ਵੰਸ਼ ਦੀਆਂ ਵਹੁਟੀਆਂ ਹਨ, ਮਾਨੋ ਉਹਨਾਂ ਨੇ ਤੇ ਸਾਰਿਆਂ ਦੀ ਸੁੰਦਰਤਾ ਨੂੰ ਹੀ ਲੁੱਟ ਲਿਆ ਹੈ। ਬਾਂਦ ਬਾਂਦ ਟੋਲੀ ਮੁਖ ਮੰਦ ਮੰਦ ਗਾਵਤੀ। ਟੋਲੀਆਂ ਨੂੰ ਬੰਨ ਬੰਨ ਕੇ ਮੁੱਖੋਂ ਜਿਹੜੇ ਹੌਲੀ ਹੌਲੀ ਗਾਉਂਦੀਆਂ ਹਨ। ਚੂਨਰੀ ਨਵੀਨ ਲਾਲ ਛੋਟੀ ਸੁੱਠ ਮਾਲ ਗਰੇ। ਤੇ ਜਿਹੜੀਆਂ ਲਾਲ ਰੰਗ ਦੀਆਂ ਚੁੰਨੀਆਂ ਉਹ ਲਈਆਂ ਹੋਈਆਂ ਸੁਹਾਗਣਾ ਵਾਲੀਆਂ ਤੇ ਖੁੱਲੀਆਂ ਛੱਡੀਆਂ ਹੋਈਆਂ ਹਨ। ਗਲਾਂ ਦੇ ਵਿੱਚ ਸੁੰਦਰ ਮਾਲਾ ਪਹਿਨੀਆਂ ਹੋਈਆਂ ਸਭ ਨੇ। ਬੇਂਦੀ ਤਰੇ ਪਾਲ ਪਰੀ ਹੀਏ ਹੁਲ ਸਾਵਤੀ। ਮੱਥੇ ਉੱਪਰ ਲਾਲ ਰੰਗ ਦੀਆਂ ਬਿੰਦੀਆਂ ਲਾਈਆਂ ਹੋਈਆਂ ਹਨ ਤੇ ਹਿਰਦੇ ਵਿੱਚ ਬਹੁਤ ਖੁਸ਼ ਹੋ ਰਹੀਆਂ ਹਨ, ਖੁਸ਼ੀ ਨੂੰ ਪਾ ਰਹੀਆਂ ਹਨ ਹਿਰਦੇ ਵਿੱਚ। ਬਰੀਦਰ ਨਾਰੀ ਗੁਰ ਮਾਤ ਸਤਕਾਰੀ ਸਭ। ਜਿਹੜੀਆਂ ਵੀ ਮਾਈਆਂ ਸਤਿਗੁਰ ਜੀ ਕੇ ਦਰਬਾਰ ਭਾਵ ਸਤਿਗੁਰ ਜੀ ਕੇ ਘਰ ਦੇ ਦਰਵਾਜ਼ੇ ਵਿੱਚ ਵੜੀਆਂ ਹਨ, ਉਹ ਵੜਦੇ ਸਮੇਂ ਗੁਰੂ ਜੀ ਦੇ ਮਾਤਾ ਤ੍ਰਿਪਤਾ ਜੀ ਬੜਾ ਸਤਿਕਾਰ ਕਰਦੇ ਹਨ ਵੀ ਆਓ ਜੀ, ਜੀ ਆਇਆਂ ਨੂੰ ਸਭ ਨੂੰ। ਭਈ ਪੀਰ ਭਾਰੀ ਘਰ ਥਾਮ ਹੋ ਨ ਪਾਵਤੀ। ਘਰ ਦੇ ਵਿੱਚ ਤੇ ਬੜੀ ਭੀੜ ਹੋ ਗਈ ਹੈ, ਥਾਂ ਨਹੀਂ ਪਾਈ ਜਾ ਰਹੀ, ਪੈਰ ਰੱਖਣ ਨੂੰ ਥਾਂ ਨਹੀਂ ਹੈ। ਦੇਤ ਹੈ ਵਧਾਈ ਲੇਤ ਸੋ ਗੁਣੀ ਚੜਾਏ ਸੀਸ। ਉਹ ਮਾਈਆਂ ਆ ਕੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦਿੰਦੀਆਂ ਹਨ ਕਿ ਭੈਣ ਤ੍ਰਿਪਤਾ ਜੀ ਤੈਨੂੰ ਵਧਾਈ ਹੋਵੇ। ਮਾਤਾ ਜੀ ਉਹ ਉਹਨਾਂ ਦੀਆਂ ਵਧਾਈਆਂ ਨੂੰ 100 ਗੁਣਾ ਮੰਨ ਕੇ ਸੀਸ ਉੱਪਰ ਚੜ੍ਹਾ ਕੇ ਲੈਂਦੇ ਹੈ। 100 ਗੁਣਾ
ਵੱਧ ਵਧਾਈਆਂ ਮਨ ਦੇ ਮਨ ਵਿੱਚ। ਪੂਜ ਸੁਤ ਈਸ਼ ਕੋ ਬਿਗਨ ਮਨਾਵਈ। ਉਸ ਪਰਮੇਸ਼ਰ ਈਸ਼ਵਰ ਨੂੰ ਪੂਜ ਕੇ ਕਿ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਹੈ ਕੋਈ ਵਿਗੜ ਨਾ ਪਵੇ, ਇਵੇਂ ਪੂਜਦੇ ਮਾਤਾ ਜੀ ਤੇ ਖੁਸ਼ੀ ਖੁਸ਼ੀ ਖੁਸ਼ੀਆਂ ਮਨਾ ਰਹੇ ਹਨ। ਸੋਨਪੁਰ ਸਾਰੇ ਆਏ ਜਾਚਕ ਦੁਆਰੇ ਮਿਲ। ਸੁਣ ਕੇ ਜਿਹੜੇ ਰਾਏ ਭੋਏ ਦੀ ਤਲਵੰਡੀ ਪੁਰੀ ਦੇ ਸਾਰੇ ਮੰਗਤੇ ਹੈ, ਉਹ ਸਤਿਗੁਰ ਜੀ ਕਾ ਜਿਹੜਾ ਘਰ ਹੈ, ਉਹ ਘਰ ਦੇ ਦਰਵਾਜ਼ੇ ਦੇ ਇਕੱਠੇ ਹੋ ਕੇ ਆਏ ਹੈ ਬਹੁਤੇ। ਮੰਗਤ ਜੋ ਦੇਤ ਸੋ ਸ਼ੂਸ਼ ਨਾ ਹਟਾਵਈ। ਜਿਹੜਾ ਵੀ ਆਉਂਦਾ ਹੈ ਜੋ ਮੰਗਦਾ ਹੈ ਉਹਨੂੰ ਸਭ ਕੁਝ ਹੀ ਦੇ ਰਿਹਾ ਪਿਤਾ ਕਲਿਆਣ ਚੰਦ ਜੀ। ਜਿਹੜਾ ਕੋਈ ਕੱਪੜਾ ਮੰਗਦਾ, ਕੋਈ ਪੈਸਾ ਮੰਗਦਾ, ਮਠਿਆਈ ਮੰਗਦਾ, ਉਹਨੂੰ ਉਹੀ ਦੇਈ ਜਾ ਰਹੇ ਹਨ। ਕਿਸੇ ਨੂੰ ਵੀ ਖਾਲੀ ਨਹੀਂ ਹਟਾਉਂਦੇ, ਰੋਕਦੇ, ਮੋੜਦੇ। ਕੀਨੋ ਪਕਵਾਨ ਬਾਟ ਦਿਨੋ ਸਨਮਾਨ ਸਨ। ਬੜੇ ਜਿਹੜੇ ਪਕਵਾਨ ਭੋਜਨ ਤਿਆਰ ਕੀਤੇ ਐ, ਸਭ ਨੂੰ ਸਨਮਾਨ ਨਾਲ ਆਦਰ ਨਾਲ ਵੰਡ ਦਿੱਤਾ ਹੈ। ਅਧਿਕ ਉਮੰਗ ਸੰਗ ਅੰਗ ਮੈਂ ਨਾ ਮਾਵਈ। ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਨਾਲ ਸਾਰੇ ਸਮਾ ਨਹੀਂ ਰਹੇ, ਅੰਗਾਂ ਵਿੱਚ ਸਮਾ ਨਹੀਂ ਰਹੇ, ਸਭ ਨੂੰ ਬਹੁਤ ਆਨੰਦ ਹੀ ਬਣਿਆ ਹੋਇਆ ਹੈ। ਧੁੰਦ ਭੀ ਔਰ ਭੇਰੀ ਪੌਰ ਤਰੀ ਬਿਦ ਖਰੀ। ਧੁੰਦ ਵੀ ਜਿਹੜੇ ਨਗਾਰੇ ਹੈ, ਫਿਰ ਭੇਰੀਆਂ ਜਿਹੜੇ ਵਾਜੇ ਆਦਿਕ ਹੈ, ਉਹ ਦਰਵਾਜ਼ੇ ਉੱਪਰ ਚੰਗੀ ਤਰ੍ਹਾਂ ਰੱਖੇ ਹੈ। ਫਿਰ ਰੱਖ ਕੇ ਦਰਵਾਜ਼ੇ ਉੱਪਰ ਚੰਗੀ ਤਰ੍ਹਾਂ ਸਾਰੇ ਵਜਾ ਰਹੇ ਹਨ। ਕੋਈ ਨਗਾਰਾ ਵਜਾ ਰਿਹਾ ਹੈ, ਕੋਈ ਜਿਹੜਾ ਵਾਜੇ ਵਜਾ ਰਿਹਾ ਹੈ। ਨਾਰਨ ਕੀ ਭੀੜ ਭਰੀ ਹੇਰ ਸੁਖ ਪਾਵਈ। ਇਸ ਤਰ੍ਹਾਂ ਦੀ ਬੜੀ ਉਹ ਘਰ ਵਿੱਚ ਭੀੜ ਲੱਗੀ ਹੈ, ਪੈਰ ਰੱਖਣ ਨੂੰ ਥਾਂ ਨਹੀਂ ਹੈ। ਮਾਂ ਤ੍ਰਿਪਤਾ ਜੀ ਦੇਖ ਕੇ ਸੁਖ ਪਾ ਰਹੀ ਹੈ। ਉਤੀ ਕੁਲ ਰੀਤ ਜੋ ਕਾਲੂ ਸਭ ਕੀ ਨਸੋ। ਜਿਹੜੀ ਆ ਕੁਲ ਦੀ ਰੀਤੀ ਹੈ, ਜੋ ਬੇਦੀ ਬੰਸ ਦੀ ਰੀਤੀ ਮਰਿਆਦਾ ਸੀ, ਉਹ ਸਾਰੀ ਪਿਤਾ ਕਲਿਆਣ ਚੰਦ ਜੀ ਨੇ ਚੰਗੀ ਤਰ੍ਹਾਂ ਕੀਤੀ, ਨਿਭਾਈ ਹੈ। ਆਏ ਬੇਦੀ ਸਭ ਕੋ ਰਿਦੇ ਹਰ ਖਾਏ ਕਾ। ਸਾਰੇ ਜਿਹੜੇ ਬੇਦੀ ਹੈ ਬੜੇ ਤਿਆਰ ਹੋ ਕੇ ਚੰਗੇ ਚੰਗੇ ਪੋਸ਼ਾਕੇ ਪਹਿਨ ਕੇ ਖੁਸ਼ ਹੋ ਕੇ ਸਤਿਗੁਰੂ ਜੀ ਦੇ ਘਰ, ਪਿਤਾ ਕਲਿਆਣ ਚੰਦ ਜੀ ਦੇ ਘਰ ਇਕੱਠੇ ਹੋ ਕੇ ਆਏ ਹਨ। ਬੋਲ ਕੈ ਬਦਨ ਨਿਜ ਸੁਸਰੇ ਸਦਨ ਸੁਧ। ਸੁਸਰੇ ਨਹੀਂ, ਬੋਲ ਕੇ ਬਦਨ ਨਿਜ ਸਸਰੇ ਸਦਨ ਸੁਧ। ਫਿਰ ਪਿਤਾ ਕਲਿਆਣ ਚੰਦ ਜੀ ਨੇ ਮੁਖੋਂ ਬੋਲ ਕੇ ਜਿਹੜੇ ਉਹਨਾਂ ਦੇ ਆਪਣੇ ਸਹੁਰੇ ਹੈ, ਉਹਨਾਂ ਦੇ ਘਰ ਵੀ ਖਬਰ ਭੇਜੀ ਹੈ। ਸਤਿਗੁਰੂ ਜੀ ਦੇ ਨਾਨਕਿਆ ਚਾਲ ਪਿੰਡ ਸੀ ਲਾਹੌਰ ਦੇ ਕੋਲ, ਜਿੱਥੇ ਭੈਣ ਨਾਨਕੀ ਜੀ ਦਾ ਜਨਮ ਹੋਇਆ ਸੀ। ਉੱਥੇ ਇਹ ਮਾਤਾ ਤ੍ਰਿਪਤਾ ਜੀ ਦੇ ਪੇਕੇ ਹੈ ਤੇ ਪਿਤਾ ਕਲਿਆਣ ਚੰਦ ਜੀ ਦੇ ਸਹੁਰੇ ਹੈ। ਆਪਣੇ ਸਹੁਰੇ ਵੀ ਖਬਰ ਭੇਜੀ ਹੈ। ਭੇਜੀ ਜਸ ਪਦ ਇੱਕ ਮਾਨਵ ਪਠਾਏਗਾ। ਇੱਕ ਚੰਗੇ ਮਨੁੱਖ ਨੂੰ ਦੇਖ ਕੇ ਭੇਜਿਆ ਹੈ ਖਬਰ। ਸੋਨੀ ਮਨ ਪਾਏ ਤੈਨਾ ਮੰਗਲ ਕਰਾਏ ਬਹੁ। ਉਹ ਖਬਰ ਭੇਜੀ ਹੈ ਵੀ ਐਵੇਂ ਹਾੜ ਦਾ ਮਹੀਨਾ ਹੈ, 7ਵੀਂ ਥਿੱਤ ਹੈ, ਪੱਖੋਂ ਕੇ ਰੰਧਾਵਾ ਆਪਾਂ ਸਤਿਗੁਰੂ ਜੀ ਨਾਨਕ ਜੀ ਨੂੰ ਵਿਆਹੁਣ ਜਾਣਾ ਹੈ। ਉਹ ਭੇਜੀ ਹੈ ਖਬਰ। ਤੇ ਜਦੋਂ ਇੱਧਰ ਨਾਨਕਿਆਂ ਨੇ, ਭਾਈ ਰਾਮਾ ਜੀ ਨੇ, ਮਾਮਾ ਕਿਸ਼ਨਾ ਜੀ ਨੇ, ਨਾਨੀ ਭਰਾਈ ਜੀ ਨੇ ਆਦਿਕ ਨੇ ਸੁਣੀ ਹੈ, ਤੇ ਸੁਣ ਕੇ ਸਾਰੇ ਦੇ ਮਨ ਨੂੰ ਬੜੀ ਚੰਗੀ ਲੱਗੀ ਹੈ। ਬੜੇ ਉਹਨਾਂ ਨੇ ਮੰਗਲ ਕਰਾਏ, ਖੁਸ਼ੀਆਂ ਕਰਾਈਆਂ ਉੱਥੇ ਹੀ। ਲਿਓ ਕੈ ਸਮਾਜ ਸਭ ਆਏ ਸੁਖ ਪਾਏਗਾ। ਸਾਰਾ ਸਾਜੋ ਸਮਾਨ ਆਪਣਾ ਜੋ ਬਣਦਾ ਹੈ ਨਾਨਕਿਆਂ ਵੱਲੋਂ ਇਕੱਠਾ ਕਰਕੇ ਤੇ ਸੁੱਖ ਪਾ ਕੇ ਲੈ ਕੇ ਉਹ ਵੀ ਇੱਥੇ ਰਾਏ ਭੋਜ ਦੀ ਤਲਵੰਡੀ ਆ ਗਏ ਹਨ। ਮਿਲ ਕੇ ਵਿਚਾਰ ਕਰ ਚੱਲੇ ਸੁਲਤਾਨਪੁਰ। ਇੱਥੇ ਵਿਚਾਰ ਕਰ ਲਈਏ ਵੀ ਆਪਾਂ ਚੱਲੀਏ ਹੁਣ, ਉੱਥੇ ਵੀ ਤਿਆਰੀਆਂ ਕਰਨੀਆਂ ਹੈ। ਵਿਚਾਰ ਕਰਕੇ ਸਾਰੇ ਸੁਲਤਾਨਪੁਰ ਨੂੰ ਚੱਲੇ ਹਨ। ਸੋਜ ਲੀਜੈ ਸਰਸ ਨਾ ਦੀਜੀਐ ਭੁਲਾਏਗਾ। ਪਿਤਾ ਕਲਿਆਣ ਚੰਦ ਜੀ ਨੇ ਕਿਹਾ ਵੀ ਸਾਰੀ ਜਿਹੜੀ ਸਮੱਗਰੀ ਹੈ ਵਿਆਹ ਦੀ, ਉਹ ਤੁਸੀਂ ਆਪੋ ਆਪਣੀ ਸੰਭਾਲ ਲਓ। ਆ ਕੋਈ ਭੁਲਾ ਭਲੂ ਨਾ ਦਿਓ ਕਿ ਉੱਥੇ ਜਾ ਕੇ ਕੋਈ ਕਵੇ ਮੇਰਾ ਉਹ ਰਹਿ ਗਿਆ ਹੈ, ਮੇਰੀ ਫਲਾਣੀ ਚੀਜ਼ ਰਹਿ ਗਈ ਹੈ, ਉਹ ਢੰਗਾਣੀ ਚੀਜ਼ ਰਹਿ ਗਈ ਹੈ। ਕਿਉਂਕਿ ਆਪ ਜੀ ਨੂੰ ਸਾਧ ਸੰਗਤ ਜੀ ਪਤਾ, ਵਿਆਹ ਸ਼ਾਦੀਆਂ ਵਿੱਚ ਭੱਜ ਦੌੜ ਬੜੀ ਹੁੰਦੀ ਹੈ।
ਕਈ ਤੋਂ ਪੈਰ ਦੇ ਪੈਰ ਹੀ ਬਾਅਦ ਵਿੱਚ ਤਿਆਰੀ ਕਰਦੇ ਹਨ। ਇਸ ਤਰ੍ਹਾਂ ਇਹ ਪਿਤਾ ਕਲਿਆਣ ਚੰਦ ਜੀ ਨੇ ਉਹੀ ਕਿਹਾ ਹੈ ਵੀ ਬਾਅਦ ਵਿੱਚ ਨਾ ਕੋਈ ਕਵੇ ਮੇਰੀ ਫਲਾਣੀ ਚੀਜ਼ ਰਹਿ ਗਈ ਹੈ, ਢਗਾਣੀ ਚੀਜ਼ ਰਹਿ ਗਈ ਹੈ, ਸਾਰਾ ਕੁਝ ਆਪਣੀ ਸਮੱਗਰੀ ਲੈ ਲਈਏ। ਸਵਈਆ ਕਾਲੂ ਗਇਓ ਤਬ ਰਾਏ ਕੇ ਪਾਸ। ਤਦੋਂ ਪਿਤਾ ਕਲਿਆਣ ਚੰਦ ਜੀ ਹੁਣ ਪਟਵਾਰੀ ਰਾਏ ਬਲਾਰ ਜੀ ਦੇ ਬੜਾ ਸਤਿਕਾਰ ਵੀ ਕਰਦੇ ਆ, ਉਹਨਾਂ ਦੇ ਪਾਸ ਗਏ ਹਨ। ਕਰੀ ਅਰਦਾਸ ਤਜ਼ੀਮ ਬਖਾਨੀ। ਜਾਂਦਿਆਂ ਪਹਿਲਾਂ ਸਲਾਮ ਕੀਤੀ ਹੈ, ਫਿਰ ਬੇਨਤੀ ਕੀਤੀ ਆਪਣੇ ਵੱਲੋਂ। ਨਾਨਕ ਦਾਸ ਤੁਮਾਰੇ ਕੋ ਬਿਆਹੇ। ਕਿ ਰਾਏ ਬਲਾਰ ਜੀ ਆ ਜੋ ਤੁਹਾਡੇ ਦਾਸ ਤੇ ਮੇਰੇ ਸੁਪੁੱਤਰ ਗੁਰੂ ਨਾਨਕ ਜੀ ਹੈ, ਉਹਨਾਂ ਦਾ ਵਿਆਹ ਆ ਗਿਆ ਹੈ। ਚਲੋ ਸੁਲਤਾਨਪੁਰੇ ਮਮਠਾਨੀ। ਮੈਂ ਹੁਣ ਪੱਕੀ ਕਰ ਲਈ ਹੈ, ਉਹਨਾਂ ਦਾ ਵਿਆਹ ਹੈ। ਪਿਤਾ ਹੋਣ ਦੇ ਨਾਤੇ ਮੈਂ ਸੁਲਤਾਨਪੁਰ ਚੱਲਿਆ ਹਾਂ। ਆਏ ਸਲੇਨ ਕੋ ਆਇਓ ਮੈਂ ਰਾਏ ਜੀ। ਤੁਹਾਡੀ ਬਸ ਰਾਏ ਬਲਾਰ ਜੀ ਆਗਿਆ ਹੀ ਲੈਣ ਆਇਆ ਹਾਂ। ਦੇਉ ਬੁਝਾਏ ਕੈ ਬਾਤ ਸਿਆਣੀ। ਤੁਸੀਂ ਹੁਣ ਸਿਆਣੇ ਬਜ਼ੁਰਗ ਹੋ ਕਿ ਵਿਆਹ ਸ਼ਾਦੀ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ, ਕਿਵੇਂ ਖਰਚਾ ਕਰਨਾ, ਸਾਰਾ ਕੁਝ ਹੀ ਮੈਨੂੰ ਸਮਝਾ ਬੁਝਾ ਦਿਓ। ਰੋਸ ਮੈਂ ਰਾਏ ਭਇਓ ਸੁਨ ਕੈ। ਜਦੋਂ ਪਿਤਾ ਕਲਿਆਣ ਚੰਦ ਜੀ ਨੇ ਕਿਹਾ ਹੈ ਨਾ ਕਿ ਤੁਹਾਡੇ ਦਾਸ ਦਾ ਵਿਆਹ ਗੁਰੂ ਨਾਨਕ ਸਾਹਿਬ ਜੀ ਦਾ, ਰਾਏ ਬਲਾਰ ਨੂੰ ਸੁਣ ਕੇ ਮਨ ਵਿੱਚ ਬੜਾ ਗੁੱਸਾ ਆ ਗਿਆ ਹੈ। ਮਤ ਕਾਲੂ ਰਹੀ ਤੁਝ ਨੀਤ ਜਾਨੀ। ਉਹ ਕਾਲੂ ਤੇਰੀ ਜਿਹੜੀ ਮੱਤ ਹੈ ਨਾ, ਉਹ ਹਮੇਸ਼ਾ ਤੇਰੀ ਅਜਾਣ ਹੀ ਰਹੀ ਹੈ, ਬੇਸਮਝ ਹੀ ਰਹੀ ਤੇਰੀ ਮੱਤ। ਤਾਤ ਪਛਾਨਤ ਭੇਦ ਲਖਨ ਹੈ। ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਪੁੱਤਰ ਹੀ ਜਾਣਦਾ ਹੈ, ਉਹਨਾਂ ਦਾ ਤੂੰ ਭੇਦ ਨਹੀਂ ਜਾਣਦਾ ਕਿ ਉਹ ਤੇ ਖੁਦਾ ਪਰਮੇਸ਼ਰ ਹੈ। ਦੁਖਤ ਮੋਹੇ ਕਰੈ ਬਿਨ ਜਾਣੇ। ਆ ਬਿਨਾ ਜਾਣੇ ਤੋਂ ਕਲਿਆਣ ਚੰਦ ਤੈਨੂੰ ਤੇ ਸਮਝ ਨਹੀਂ ਹੈ, ਮੈਨੂੰ ਕਾਹਤੋਂ ਗੁਨਾਹਗਾਰ ਕਰਦਾ ਹੈ, ਮੈਨੂੰ ਕਾਹਤੋਂ ਭਾਗੀ ਬਣਾਉਣਾ ਹੈ ਪਾਪਾਂ ਦਾ। ਦਾਸ ਲਖੈ ਤੇ ਕੋ ਮਨ ਮੈਂ। ਤੇ ਮੈਂ ਤੇ ਕਾਹਨੂੰ ਮੈਨੂੰ ਗੁਨਾਹਗਾਰ ਕਰਦਾ ਹੈ ਕਲਿਆਣ ਚੰਦ। ਤੂੰ ਮੈਨੂੰ ਆਪਣੇ ਮਨ ਵਿੱਚ ਜਿਹੜਾ ਹੈ, ਆਪਣੇ ਮਨ ਵਿੱਚ ਤੂੰ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਸਾਡਾ ਦਾਸ ਹੀ ਸਮਝਦਾ ਹੈ ਵੀ ਸਾਡੇ ਦਾਸ ਹੈ। ਉਹ ਸਾਡੇ ਦਾਸ ਨਹੀਂ ਹੈ, ਸਗੋਂ ਮੈਂ ਉਹਨਾਂ ਦਾ ਦਾਸ ਜਾਣਦਾ ਆਪਣੇ ਮਨ ਵਿੱਚ। ਤਿਹੋ ਲੋਕਨ ਕੋ ਪਤ ਜੋ ਗਤ ਦਾਨੀ। ਮੈਂ ਆਪਣੇ ਆਪ ਨੂੰ ਦਾਸ ਸਮਝਦਾ ਹਾਂ, ਤੇ ਜੋ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਤੇ ਤਿੰਨਾਂ ਲੋਕਾਂ ਦੇ ਵਿੱਚ ਹੀ ਜਿਹੜੀ ਇੱਜ਼ਤ ਹੈ, ਤਿੰਨਾਂ ਲੋਕਾਂ ਦੇ ਵਿੱਚ ਹੀ ਉਹਨਾਂ ਦਾ ਮਾਣ ਸਤਿਕਾਰ ਹੈ। ਮੁਕਤੀ ਦੇ ਦਾਤੇ ਸਤਿਗੁਰੂ ਨਾਨਕ ਸਾਹਿਬ ਜੀ ਦਾ। ਹੋਤ ਰਿਦਾ ਮਮ ਰੰਜ ਸੁਨੇ। ਕਲਿਆਣ ਚੰਦ ਤੇਰਾ ਇਹੋ ਜਿਹਾ ਬੋਲ ਜਾ ਸੁਣ ਕੇ ਨਾ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਦਾਸ ਦਾ ਵਿਆਹ ਹੈ, ਉੱਥੇ ਜਾ ਰਿਹਾ ਹਾਂ, ਤੇਰੇ ਇਹੋ ਜਿਹੇ ਬਚਨ ਜਦੋਂ ਮੈਂ ਸੁਣਿਆ ਮੈਨੂੰ ਬੜਾ ਗੁੱਸਾ ਹੋਇਆ ਹਿਰਦੇ ਵਿੱਚ। ਬਚ ਫੇਰ ਕਰੋ ਨਹ ਐਸ ਬਖਾਨੀ। ਅੱਜ ਜੋ ਕਹਿਤਾ ਸੋ ਕਹਿਤਾ, ਬਾਅਦ ਵਿੱਚ ਅੱਜ ਤੋਂ ਨਾ ਇਹੋ ਜਿਹਾ ਮੁਖ ਤੋਂ ਦੁਬਾਰਾ ਕਹੋਗੇ ਗੁਰੂ ਨਾਨਕ ਸਾਹਿਬ ਤੁਹਾਡੇ ਦਾਸ ਹਨ। ਤੁਹੇ ਰਹਿਓ ਸਮਝਾਏ ਸਭੈ ਬਿਦ। ਤੈਨੂੰ ਵੇਖ ਲੈ ਕਲਿਆਣ ਚੰਦ, ਪਹਿਲਾਂ ਵੀ ਕਿੰਨੀ ਤਰ੍ਹਾਂ ਨਾਲ ਸਮਝਾਉਂਦੇ ਰਹੇ ਆ, ਏਕ ਭੀ ਬਾਤ ਨਹੀਂ ਮਨ ਮਾਨੀ। ਪਰ ਫਿਰ ਵੀ ਤੁਸਾਂ ਨੇ ਇੱਕ ਵੀ ਗੱਲ ਜਿਹੜੀ ਨਾ ਉਹ ਮਨ 'ਚ ਮੰਨੀ ਨਹੀਂ ਹੈ। ਕਿੰਨੀ ਵਾਰ ਪਹਿਲਾਂ ਵੀ ਕਿਹਾ ਹੈ, ਫਿਰ ਤੁਸੀਂ ਉਹੀ ਗੱਲ ਪਿੱਛੇ ਵੀ ਪ੍ਰਸੰਗ ਆਇਆ ਸੀ ਨਾ, ਜਦੋਂ ਇਵੇਂ ਕਿਹਾ ਹੈ ਪਿਤਾ ਜੀ ਨੇ ਵੀ ਤੁਹਾਡੇ ਦਾਸ ਗੁਰੂ ਨਾਨਕ ਸਾਹਿਬ ਜੀ, ਤੇ ਰਾਏ ਬਲਾਰ ਜੀ ਨੇ ਉਸ ਵਕਤ ਵੀ ਬੜਾ ਗੁੱਸਾ ਕੀਤਾ ਸੀ ਵੀ ਅਸੀਂ ਤੇ ਆਪ ਗੁਰੂ ਜੀ ਦੇ ਜਿਹੜੇ ਆ ਦਾਸ ਹਾਂ, ਸਾਡੇ ਤੋਂ ਸੁਆਮੀ ਮਾਲਕ ਹੈ, ਉਹਦੇ ਖੁਦਾ ਪਰਮੇਸ਼ਰ ਆਪ ਹੈ, ਤੇ ਸਾਡੇ ਉਹ ਦਾਸ ਕਿੱਥੋਂ ਹੋ ਗਏ। ਕਲਿਆਣ ਚੰਦ ਇਹੋ ਜਿਹਾ ਬੋਲਣਾ ਬੋਲਿਆ ਕਰ। ਤੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਨਹੀਂ ਬੋਲਦੇ, ਅੱਜ ਉਹ ਫੇਰ ਕਹਿ ਦਿੱਤਾ ਹੈ। ਤੇ ਉਹ ਕਹਿ ਰਿਹਾ ਹੈ ਰਾਏ ਬਲਾਰ ਵੀ ਵੇਖ ਲਓ, ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਸਮਝਾਇਆ, ਕਿੰਨੀ ਵਿਧੀਆਂ ਨਾਲ, ਪਰ ਤੁਸੀਂ ਸਮਝਦੇ ਨਹੀਂ, ਮਨ ਵਿੱਚ ਮੰਨਦੇ ਨਹੀਂ ਗੱਲ।
ਕਾਲੂ ਬਖਾਨਤ ਰਾਏ ਸੁਨੋ। ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਵੀ ਰਾਏ ਬਲਾਰ ਜੀ ਸੁਣੋ, ਤੁਮੈ ਈਸ਼ਰ ਕੇ ਸਮ ਜਾਣਤ ਹਾਂ। ਤੁਹਾਨੂੰ ਮੈਂ ਨਾ ਰਾਏ ਬਲਾਰ ਜੀ ਆ ਪਰਮੇਸ਼ਰ ਦੇ ਸਮਾਨ ਜਾਣਦਾ ਹਾਂ, ਬੈਸ ਵੱਡੀ ਪੁਰ ਕੇ ਪਤਰਾਵਰ। ਕਿਉਂਕਿ ਤੁਹਾਡੀ ਉਮਰਾਂ ਵੀ ਵੱਡੀ ਹੈ, ਫਿਰ ਤੁਸੀਂ ਇਸ ਨਗਰ ਦੇ ਰਾਜੇ ਵੀ ਹੋ। ਆਦਰ ਮਾਨ ਪਛਾਨ ਤਿਹੋ। ਇਸ ਕਰਕੇ ਤੁਹਾਡਾ ਆਦਰ ਮੰਨ ਕੇ ਮੈਂ ਤੁਹਾਨੂੰ ਪਛਾਣਦਾ ਹਾਂ, ਤੁਹਾਨੂੰ ਤੇ ਮੈਂ ਈਸ਼ਰ ਵਾਂਗ ਸਮਝਦਾ, ਪਰਮੇਸ਼ਰ ਵਾਂਗ ਤੁਹਾਡਾ ਸਨਮਾਨ ਮੈਂ ਕਰਦਾ ਹਾਂ। ਇੱਕ ਤੁਹਾਡੀ ਉਮਰ ਵੱਡੀ ਹੈ, ਫਿਰ ਤੁਸੀਂ ਸਾਡੇ ਇਲਾਕੇ ਦੇ ਰਾਜੇ ਹੋ ਅਤੇ ਅਸੀਂ ਤੁਹਾਡੀ ਪਰਜਾ ਅਤੇ ਤੁਹਾਡੇ ਦਾਸ ਹੀ ਹੋਏ ਹਾਂ, ਇਸ ਕਰਕੇ ਮੈਂ ਤੁਹਾਡਾ ਮਾਣ ਸਨਮਾਨ ਕਰਦਾ ਹਾਂ। ਆਦਰ ਔਰਨ ਬਾਤਨ ਕੋ। ਰਾਏ ਬਲਾਰ ਜੀ ਕਹਿਣ ਲੱਗੇ ਕਲਿਆਣ ਚੰਦ ਠੀਕ ਹੈ ਵੀ ਆਦਰ ਸਨਮਾਨ ਸਾਡਾ ਕਰਦਾ, ਪਰ ਹੋਰ ਗੱਲਾਂ ਨਾਲ ਵੀ ਤੇ ਸਾਡਾ ਆਦਰ ਹੋ ਹੀ ਸਕਦਾ ਹੈ। ਸੁਨ ਕਾਲੂ ਮੈਂ ਹੀਨਤ ਮਨ ਤਿਹੋ। ਸੁਣ ਕਾਲੂ, ਜਿਹੜਾ ਤੂੰ ਐਵੇਂ ਕਹਿਣਾ ਨਾ ਮਹਾਰਾਜ ਨੂੰ ਮੇਰਾ ਦਾਸ, ਇਹ ਸੁਣ ਕੇ ਮੈਂ ਬੜਾ ਆਪਣਾ ਨਿਰਾਦਰ ਮੰਨਦਾ ਵੀ ਤੂੰ ਤੇ ਮੇਰਾ ਨਿਰਾਦਰ ਹੀ ਕਰ ਰਿਹਾ ਹੈ। ਸੀਸ ਕਰੀ ਸੀਸ ਕਰੀਟ, ਸੀਸ ਕਰੀਟ ਸੁਹਾਵਤ ਹੈ। ਕਿਉਂਕਿ ਜਿਹੜਾ ਸੀਸ ਹੈ ਨਾ ਸਿਰ, ਉਹਦੇ ਉੱਪਰ ਮੁਕਟੀ ਸੋਭਨੀਕ ਲੱਗਦਾ ਹੈ, ਮੁਕਟੀ ਉਹਦੇ ਉੱਪਰ ਸੀਸ ਦੇ ਉੱਪਰ ਹੀ ਸੁੰਦਰ ਲੱਗਦਾ ਹੈ। ਪਗ ਪਾਵਤ ਮੂਡ ਮੈਂ ਠਾਨਤ ਹਾਂ। ਜਿਹੜਾ ਉਹ ਮੁਕਟ ਨੂੰ ਪੈਰਾਂ ਵਿੱਚ ਪਾਉਂਦਾ ਉਹਨੂੰ ਮੂਰਖ ਲੋਕ ਕਹਿੰਦੇ ਆ। ਹੁਣ ਸਿਰ ਦੀ ਪੱਗ ਹੈ ਅਤੇ ਸਾਧ ਸੰਗਤ ਜੀ ਜਿਹੜਾ ਤੇੜ ਬੰਨੀ ਫਿਰੇ ਤਾਂ ਉਹਨੂੰ ਮੂਰਖ ਹੀ ਕਹਾਂਗੇ ਆਪਾਂ। ਜਿਵੇਂ ਕਈ ਸਰੋਪਾ ਗੁਰੂ ਘਰ ਦਾ ਲੈ ਕਰਕੇ ਤਾਂ ਉਹ ਹੈ ਤੇ ਵੀ ਸਿਰ ਪਾਓ, ਵੀ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜਣ ਕਾਇਦਾ ਭਾਵ ਸੀਸ 'ਤੇ ਵੱਜਣਾ, ਇੱਜ਼ਤ ਸੀਸ 'ਤੇ ਹੀ ਹੈ। ਜਿਹਦੇ ਸੀਸ ਦੇ ਇੱਜ਼ਤ ਲੱਥ ਗਈ, ਆਪ ਕਿਸੇ ਨੇ ਤਫਾ ਤੁਫਾ ਮਾਰ ਕੇ ਆ ਕਿਤੇ ਕੇਸ ਕੂਸ ਖੋਲ੍ਹ ਦਿੱਤੇ, ਇੱਜ਼ਤ ਜਲੀ ਜਾਂਦੀ ਹੈ। ਉਹ ਸੀਸ ਢੱਕਣ ਨੂੰ ਹੈ ਸਰੋਪਾ ਲੋਕ ਤੇੜ ਬੰਨੀ ਫਿਰਨਗੇ। ਇਹੋ ਜਿਹੀ ਮੰਦੀ ਮੱਤ ਵਾਲੇ ਕਈ ਲੋਕ, ਗੁਰੂ ਦੀ ਦਾਤ ਨੂੰ ਉਹਨਾਂ ਨੇ ਤੇੜ ਬੰਨਿਆ ਹੋਊਗਾ। ਇੱਥੇ ਰਾਏ ਬਲਾਰ ਜੀ ਕਹਿ ਰਹੇ ਆ, ਕਹਿੰਦੇ ਵੀ ਕਲਿਆਣ ਚੰਦ ਜੀ ਜਿਹੜਾ ਮੁਕਟ ਹੁੰਦਾ ਨਾ ਉਹ ਸੀਸ 'ਤੇ ਸੋਹਣਾ ਲੱਗਦਾ ਹੈ, ਜੇ ਉਹਨੂੰ ਕੋਈ ਪੈਰਾਂ ਵਿੱਚ ਪਾਈ ਫਿਰੇ ਤਾਂ ਉਹਨੂੰ ਲੋਕ ਮੂਰਖ ਕਹਿੰਦੇ ਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੇ ਮੁਕਟ ਸਮਾਨ ਹੈ, ਉਹ ਤੇ ਸੀਸ ਦੇ ਉੱਪਰ ਭਾਵ ਸਭ ਤੋਂ ਉੱਚੇ ਕਹਿਣੇ ਬਣਦੇ ਹੈ। ਉਹੀ ਉਹਨਾਂ ਨੂੰ ਉੱਚੇ ਕਹਿਣਾ ਹੀ ਸੁੰਦਰ ਲੱਗਦਾ ਹੈ। ਜਿਹੜਾ ਉਹਨਾਂ ਨੂੰ ਦਾਸ ਕਹਿਣਾ ਭਾਵ ਆ ਪੈਰਾਂ ਦੇ ਸਮਾਨ ਹੈ ਪਾਉਣਾ, ਜਿਹੜਾ ਉਹਨਾਂ ਨੂੰ ਕਹਿਣਾ ਵੀ ਉਹ ਤੁਹਾਡੇ ਦਾਸ ਹੈ, ਅਤੇ ਜਿਹੜਾ ਹੁਣ ਉਹਨਾਂ ਨੂੰ ਐਵੇਂ ਕਹੇਗਾ ਉਹ ਮੂਰਖ ਹੀ ਹੈ ਨਾ ਵੱਡਾ। ਇਸ ਕਰਕੇ ਕਲਿਆਣ ਚੰਦ ਇਹ ਤੇਰੀ ਮੂਰਖਤਾ ਹੀ ਹੈ, ਜਿਹੜਾ ਤੂੰ ਉਹਨਾਂ ਨੂੰ ਐਵੇਂ ਜੋ ਮੁਕਟ ਸਮਾਨ ਹੈ ਗੁਰੂ ਨਾਨਕ ਸਾਹਿਬ ਜੀ ਸੀਸ ਉੱਪਰ ਪਾਉਣ ਸਮਾਨ, ਉਹਨਾਂ ਨੂੰ ਤੂੰ ਆ ਐਵੇਂ ਕਹਿ ਦਾਸ ਕਹਿ ਕੇ ਜਿਹੜਾ ਗੁਜ਼ਾਰਾ ਕਰ ਲੈਂਦਾ ਹੈ। ਦੋਹਰਾ ਅਬ ਕੋ ਕਹਿਬੋ ਬਖਸ਼ੀਆ। ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਰਾਏ ਬਲਾਰ ਜੀ ਜਿਹੜਾ ਹੁਣ ਮੈਂ ਕਹਿ ਬੈਠਾ ਮੈਨੂੰ ਬਖਸ਼ੀਏ। ਬਹਰ ਨਾ ਕਰੋ ਉਚਾਰ। ਜਿਹੜੇ ਭੁੱਲ ਹੋ ਗਈ ਮੈਂ ਬਾਅਦ ਵਿੱਚ ਨਹੀਂ ਕਹਿੰਦਾ ਹਾਂ। ਵਿਸਰ ਜਾਤ ਮਮ ਹਿਰਦੇ ਤੇ। ਹਾਂ ਤੁਸਾਂ ਨੇ ਪਹਿਲਾਂ ਵੀ ਸਮਝਾਇਆ ਸੀ, ਮੇਰੇ ਹਿਰਦੇ ਤੋਂ ਗੱਲ ਵਿਸਰ ਜਾਂਦੀ ਹੈ। ਰਾਖੋ ਅਬੈ ਸੰਭਾਰ। ਹੁਣ ਮੈਂ ਸੰਭਾਲ ਕੇ ਰੱਖਾਂਗਾ, ਕਿਉਂਕਿ ਤੁਸਾਂ ਨੇ ਹੁਣ ਮੈਨੂੰ ਆ ਤਾੜ ਵੀ ਚੰਗੀ ਤਰ੍ਹਾਂ ਦਿੱਤਾ ਹੈ, ਹੁਣ ਨਹੀਂ ਮੈਂ ਭੁੱਲਦਾ। ਸੋਰਠਾ ਹੋ ਬਖਸ਼ਣਾ ਕੋ ਕੌਣ। ਜਦੋਂ ਫੇਰ ਕਿਹਾ ਹੈ ਨਾ ਕਿ ਰਾਏ ਬਲਾਰ ਜੀ ਬਖਸ਼ੀਏ, ਰਾਏ ਬਲਾਰ ਨਿਮਰਤਾ ਵਾਲੇ ਸਾਧੂ ਸੁਭਾਅ ਹੈ, ਕਹਿੰਦੇ ਹੇ ਕਲਿਆਣ ਚੰਦ ਮੈਂ ਕੌਣ ਹੁੰਦਾ ਹਾਂ ਤੈਨੂੰ ਬਖਸ਼ਣ ਵਾਲਾ। ਬਖਸ਼ਣ ਉਚਿਤ ਸੋ ਬਖਸ਼ਈ। ਜੋ ਬਖਸ਼ਣੇ ਯੋਗ ਹੈ ਉਹੀ ਬਖਸ਼ਦਾ ਹੈ, ਬਖਸ਼ਿੰਦ ਉਹ ਗੁਰੂ ਨਾਨਕ ਸਾਹਿਬ ਹੈ, ਉਹੀ ਉਹ ਬਖਸ਼ ਸਕਦੇ ਹੈ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੁਤ ਨਾਨਕ ਤੁਝ ਪਾਉਣਾ। ਉਹ ਜੋ ਬਖਸ਼ਣੇ ਯੋਗ ਉਹੀ ਬਖਸ਼ਦੇ ਹੁੰਦੇ ਐ। ਕਲਿਆਣ ਚੰਦ ਤੇਰੇ ਘਰ ਜੋ ਪੁੱਤਰ ਹੈ ਨਾ ਤੇਰੇ ਗੁਰੂ ਨਾਨਕ ਸਾਹਿਬ ਜੀ, ਬਿਨ ਬਖਸ਼ਨ ਬਖਸ਼ੇ ਸਦਾ। ਉਹ ਤੇ ਜਿਹੜੇ ਨਾ ਬਖਸ਼ਣੇ ਵਾਲੇ ਐ ਉਹਨਾਂ ਨੂੰ ਵੀ ਹਮੇਸ਼ਾ ਬਖਸ਼ਦੇ ਹੀ ਆ ਰਹੇ ਐ, ਬਖਸ਼ਦੇ ਰਹਿਣਗੇ। ਸਤਿਗੁਰੂ ਜੀ ਉਹਨਾਂ ਨੂੰ ਵੀ ਬਖਸ਼ਦੇ ਐ ਮਹਾਰਾਜ। ਜਿਹੜੇ ਨਾ ਬਖਸ਼ਣੇ ਯੋਗ ਐ, ਜਿਹੜੇ ਬੜੇ
ਕੁਪੱਤੇ ਹੈ ਜਿਹੜੇ ਹਰਾਮਖੋਰੀ ਕਰਨ ਵਾਲੇ, ਮਹਾਰਾਜ ਉਹਨਾਂ ਨੂੰ ਵੀ ਬਖਸ਼ਦੇ ਆ। ਕਿੰਨੇ ਲੋਕ ਬੋਲਦੇ ਗੁਰੂ ਨਾਨਕ ਸਾਹਿਬ ਜੀ ਤੇ ਕੁਝ ਨਹੀਂ ਕਹਿੰਦੇ ਹੈ। ਸਤਿਗੁਰੂ ਜੀ ਨੂੰ ਤੇ ਲੋਕਾਂ ਨੇ ਪੱਥਰ ਵੀ ਮਾਰੇ ਸਨ ਬਗਦਾਦ ਵਿੱਚ, ਗੁਰੂ ਜੀ ਨੇ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਸੀ। ਇਵੇਂ ਬਖਸ਼ਣ ਜਿਹੜੇ ਨਾ ਬਖਸ਼ਣੇ ਯੋਗ ਉਹਨਾਂ ਨੂੰ ਵੀ ਮਹਾਰਾਜ ਬਖਸ਼ਦੇ ਹਨ। ਇਵੇਂ ਰਾਏ ਬੁਲਾਰ ਜੀ ਕਹਿ ਰਹੇ ਹਨ। ਅੱਗੇ ਜਿਹੜਾ ਰਹਿੰਦਾ ਪ੍ਰਸੰਗ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹੋ ਬਖਸ਼ਨ ਕੋ ਕੌਣ, ਬਖਸ਼ਨ ਉਚਿਤ ਸੋ ਬਖਸ਼ਈ, ਸੁਤ ਨਾਨਕ ਤੁਝ ਪਾਉਨਾ, ਬਿਨ ਬਖਸ਼ਨ ਬਖਸ਼ੇ ਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।